ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੰਚ ਸੱਜਿਆ ਹੋਇਆ ਜਮਸ਼ੀਦ ਅਲੀ ਖਾਨ ਪ੍ਰੋਫੈਸਰ, ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਨੇ, ਔਰ ਇਹਨਾਂ ਦੇ ਨਾਲ ਨੇ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਔਰ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਰੰਧਾਵਾ ਜੀ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ। ਖਾਨ ਸਾਹਿਬ ਸਤਿ ਆਦਾਬ। ਸ਼੍ਰੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਦਾਬ। ਗੱਲ ਇਹ ਹੈ ਜੀ, ਕੱਲ ਹਰਿਆਣੇ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਔਰ ਉਹਦੇ ਵਿੱਚ ਬੜਾ ਅਹਿਮ ਦਿਨ ਆ ਕਿ ਚੰਡੀਗੜ੍ਹ ਨੂੰ ਲੈ ਕੇ ਉਹ ਆਪਣਾ ਹੱਕ ਜਤਾਉਣ ਲੱਗਿਆ। ਉਸ ਤੋਂ ਪਹਿਲਾਂ ਖੱਟੜ ਸਾਹਿਬ ਕਹਿੰਦੇ ਸਾਨੂੰ ਚੰਡੀਗੜ੍ਹ ਤੋਂ ਪਹਿਲਾਂ ਪਾਣੀ ਦੇ ਔਰ ਭਛਾਈ ਮਾਮਲੇ ਐਡਰੈਸ ਕਰੋ, ਸਾਨੂੰ ਸਾਡੇ ਇਲਾਕੇ ਦਿਓ। ਫਾਜ਼ਿਲਕਾ ਅਬੋਹਰ ਦੀ ਗੱਲ ਹੋ ਰਹੀ ਆ। ਔਰ ਮੈਂ ਸਰਦਾਰ ਸਾਹਿਬ ਜਦੋਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦਾ, ਪਿਛਾਂ ਝਾਤੀ ਮਾਰਦਾ, ਤਾਂ ਮੈਨੂੰ ਇੰਜ ਲੱਗਦਾ ਜਿਹੜੀ ਵਿਧਾਨ ਹੈ ਚੰਡੀਗੜ੍ਹ ਦਾ, ਉਹਦੇ ਵਿੱਚ 60-40 ਦੀ ਰੇਸ਼ੋ ਦਾ ਜ਼ਿਕਰ ਹੁੰਦਾ ਰਿਹਾ। ਗਲਤੀਆਂ ਸਾਡੀ ਲੀਡਰਸ਼ਿਪ ਨੇ ਕਿੱਥੇ ਕਿੱਥੇ ਕੀਤੀਆਂ, ਹੁਣ ਕਿਉਂ ਰੋਨੀ? ਇਹ ਸਵਾਲ ਹੁੰਦਾ ਨਾ, ਪੰਜਾਬੀ ਦਾ ਲੋਕ ਗੀਤ ਹੈ। ਸਵਾਲ ਤਾਂ ਇਹ ਹੈ ਕਿ 60-40 ਦੀ ਰੇਸ਼ੋ ਸੰਵਿਧਾਨ 'ਚ ਲਿਖੀ ਹੋਈ ਆ। ਚੰਡੀਗੜ੍ਹ ਦੇ ਵਿਧਾਨ ਦੇ ਵਿੱਚ ਜਦੋਂ ਪਹਿਲੀ ਵਾਰੀ ਤੋੜੀ ਗਈ, ਜਦੋਂ ਪਹਿਲੀ ਵਾਰੀ ਚੰਡੀਗੜ੍ਹ ਦੀ ਆਪਣੀ ਭਰਤੀ ਸ਼ੁਰੂ ਹੋਈ, ਉਦੋਂ ਸਾਡੀ ਲੀਡਰਸ਼ਿਪ ਕਿੱਥੇ ਸੀ? ਤੁਸੀਂ ਦੱਸ ਸਕਦੇ ਹੋ। ਜਦੋਂ ਸਾਡੇ ਪਿੰਡਾਂ ਦੇ ਉਹ ਲੋਕ ਜਿਨ੍ਹਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਿਆ ਸੀ, ਉਹ ਸੰਘਰਸ਼ ਕਰਦੇ ਸੀ, ਉਹਨਾਂ ਨੂੰ ਮੁਆਵਜ਼ੇ ਮਿਲਣ ਦੀ ਗੱਲ ਸੀ, ਉਦੋਂ ਦੇ ਰੌਲੇ। ਇਹਦੇ ਨਾਲ ਸੰਬੰਧਿਤ ਐਸੇ ਬਹੁਤ ਸਾਰੇ ਮਾਮਲੇ ਆ। ਜਦੋਂ ਜਦੋਂ ਵੀ ਤੁਸੀਂ ਚੰਡੀਗੜ੍ਹ ਨੂੰ ਲੈ ਕੇ ਜਦੋਂ ਕੋਈ ਐਕਟ ਆਉਂਦਾ, ਕੋਈ ਪੈਕਟ ਆਉਂਦਾ, ਕੋਈ ਅਕਾਰਡ ਆਉਂਦਾ, ਉਹਨਾਂ ਸਾਰੇ ਮੌਕਿਆਂ ਦੇ ਉੱਤੇ ਲੀਡਰਸ਼ਿਪ ਸੁਸਰੀ ਵਾਂਗ ਸੁੱਤੀ ਹੁੰਦੀ ਆ। ਅੱਜ ਅਸੀਂ ਫਿਕਰ ਜ਼ਾਹਰ ਕਰਦੇ ਹਾਂ ਸਿਰਫ ਸ਼ਬਦਾਂ ਨਾਲ। ਮੈਂ ਜਮਸ਼ੀਦ ਅਲੀ ਖਾਨ ਜੀ ਵੱਲ ਜਾਣ ਤੋਂ ਪਹਿਲਾਂ ਸਰਦਾਰ ਤਰਲੋਚਨ ਸਿੰਘ ਤੋਂ ਪੁੱਛਣਾ ਚਾਹੁੰਦਾ ਹੈ, ਸਰਦਾਰ ਸਾਹਿਬ ਕੋਈ ਹੁਣ ਬਚੀ ਆ ਬਿੱਦ ਜਿਹਦੇ ਨਾਲ ਇਹ ਰਾਜਧਾਨੀ ਪੰਜਾਬ ਨੂੰ ਮਿਲ ਸਕਦੀ ਹੈ, ਜਾਂ ਇਹ ਮਹਿਜ ਖਾਨਾ ਪੂਰਤੀ ਆ? ਲੋਕ ਤਾਂ ਕਹਿੰਦੇ ਆ ਕਿ ਜਦੋਂ ਜੇ ਰਾਏਸ਼ੁਮਾਰੀ ਕਰਾਓਗੇ, ਅਦਾਲਤਾਂ 'ਚ ਵੀ ਜਾਓਗੇ, ਬਹੁਤੇ ਲੋਕਾਂ ਨੇ 70% ਤੋਂ ਜ਼ਿਆਦਾ ਲੋਕਾਂ ਨੇ ਕਹਿਣਾ ਹੈ ਅਸੀਂ ਚੰਡੀਗੜ੍ਹ 'ਚ ਰਹਿਣਾ ਹੈ, ਅਸੀਂ ਯੂਟੀ 'ਚ ਰਹਿਣਾ ਹੈ, ਅਸੀਂ ਕੇਂਦਰੀ ਸ਼ਾਸਤ 'ਚ ਰਹਿਣਾ, ਨਾ ਹਰਿਆਣੇ ਨਾ ਜਾਣਾ, ਨਾ ਪੰਜਾਬ ਨਾ ਜਾਣਾ। ਹੁਣ ਰੋਣ ਦਾ ਕੀ ਫਾਇਦਾ? ਲੰਘੇ ਪਾਣੀ ਤਲਵਾਰਾਂ ਨਾਲ ਕਦੇ ਕਿਵੇਂ ਬਦਲ ਦਿਓਗੇ? ਕੀ ਕਹਿੰਦੇ ਹੋ ਸਰਦਾਰ ਸਾਹਿਬ? ਰੰਧਾਵਾ ਜੀ, ਬੜੀ ਮਿਹਰਬਾਨੀ ਤੁਹਾਡੀ। ਬੜਾ ਕਰੰਟ ਟਾਪਿਕ ਹੈ ਜਿਹੜਾ ਬੜਾ ਇਸ ਵੇਲੇ ਸੈਂਸਿਟਿਵ ਹੈ, ਉਹਦੇ ਬਾਰੇ ਤੁਸੀਂ ਅੱਜ ਡਿਸਕਸ਼ਨ ਕਰ ਰਹੇ ਹੋ, ਔਰ ਬੜੀ ਖੁਸ਼ੀ ਹੈ ਖਾਨ ਸਾਹਿਬ ਬੈਠੇ ਆ ਜਿਹੜੇ ਕਿ ਇਹਨਾਂ ਗੱਲਾਂ ਦੇ ਐਕਸਪਰਟ ਹੈ। ਰੰਧਾਵਾ ਜੀ, ਗੱਲ ਇੱਕ ਪਹਿਲਾਂ ਬੇਸਿਕ ਸਮਝੀਏ ਕਿ 1966 ਵਿੱਚ ਪੰਜਾਬੀ ਸੂਬਾ ਦੀ ਬਣਨ ਕਰਕੇ ਵੰਡਿਆ ਗਿਆ। ਉਦੋਂ ਹਰਿਆਣਾ ਵੱਖ ਹੋਇਆ, ਹਿਮਾਚਲ ਵੱਖ ਹੋਇਆ। ਤਾਂ ਉਦੋਂ ਸੈਂਟਰ ਗੌਰਮੈਂਟ ਨੇ ਇੱਕ ਚਲਾਕੀ ਸਮਝੀਏ ਜਾਂ ਉਸ ਵਕਤ ਐਸੀ ਖੇਡ ਖੇਡੀ ਕਿ ਯੂਨੀਅਨ ਟੈਰੀਟਰੀ ਬਣਾ ਕੇ ਚੰਡੀਗੜ੍ਹ ਵੱਖਰਾ ਕਰ ਲਿਆ। ਮੈਂ ਸਮਝਦਾ ਅਸੀਂ ਇਸ ਬਾਰੇ ਕਿਉਂਕਿ ਬਹਿਸ ਨਹੀਂ ਕਰਦੇ, ਸਾਡੀ ਆਦਤ ਹੈ ਜੋ ਲੰਘ ਗਿਆ ਉਹ ਜਾਣ ਦਿਓ। ਉਸ ਵਕਤ ਇਹ ਸੰਤ ਫਤਿਹ ਸਿੰਘ, ਜਿਹਦੇ ਕੋਲ ਉਸ ਵਕਤ ਕੌਮ ਦੀ ਲੀਡਰਸ਼ਿਪ ਸੀ, ਜਿਹੜਾ ਕਹਿੰਦਾ ਸੀ ਮੈਂ ਪੰਜਾਬੀ ਸੂਬੇ ਦਾ ਜਨਮਦਾਤਾ, ਜੇ ਕਹਿੰਦਾ ਮੇਰੇ ਕਰਕੇ ਇਹ ਬਣਿਆ, ਉਹ ਜਾ ਕੇ ਲੰਡਨ ਚਲਾ ਗਿਆ। ਤੇ ਜਦੋਂ ਇਹ ਵੰਡਾਂ ਹੁੰਦੀਆਂ, ਇਹ ਲਕੀਰਾਂ ਖਿੱਚੀਆਂ, ਉਹ ਲੰਡਨ ਆਪਣੀਆਂ ਰਿਸੈਪਸ਼ਨਾਂ ਕਰਾ ਰਿਹਾ, ਤੇ ਉਹ ਭੁੱਲ ਹੀ ਗਿਆ ਮੈਂ ਕੋਈ ਪੰਜਾਬ ਨੂੰ ਦੇਣਾ ਵੀ ਹੈ। ਸੋ ਇੱਕ ਤਾਂ ਸਾਡਾ ਪਹਿਲਾ ਫੇਲਿਅਰ ਉੱਥੇ ਹੋਇਆ। ਉਸ ਤੋਂ ਬਾਅਦ ਰੰਧਾਵਾ ਜੀ, ਜਦੋਂ ਇਹ 60-40 ਦੀ ਰੇਸ਼ੋ ਐਕਟ 'ਚ ਆ ਗਈ, ਬੜਾ ਕਲੀਅਰ ਹੋ ਗਿਆ ਕਿ ਯੂਨੀਅਨ ਟੈਰੀਟਰੀ ਸਾਂਝੀ ਹੈ, ਇਹਦਾ ਬਾਅਦ ਵਿੱਚ ਫੈਸਲਾ ਹੋਣਾ ਪੈਂਡਿੰਗ ਹੈ। ਸਾਡੀ ਜਿੰਨੀ ਲੀਡਰਸ਼ਿਪ ਹੈ, ਮਾਫ ਕਰਿਓ, ਜਿੰਨੇ ਅੱਜ ਤੱਕ ਸਾਡੇ ਮੁੱਖ ਮੰਤਰੀ ਹੋਏ, ਸਭ ਤੋਂ ਵੱਧ ਸਾਡੇ ਅਕਾਲੀ ਮੁੱਖ ਮੰਤਰੀ, ਕਿ ਉਹਨਾਂ ਨੇ ਅੱਜ ਤੱਕ ਮੈਂ ਨਹੀਂ ਸੁਣਿਆ ਕਿ ਕਦੇ ਅਸੀਂ ਇਸ ਗੱਲ ਤੇ ਇਤਰਾਜ਼ ਕੀਤਾ ਹੋਵੇ ਕਿ 60-40 ਰੇਸ਼ੋ ਲਾਗੂ ਹੈ ਕਿ ਨਹੀਂ। ਇਹਦੇ ਦੋ ਰੀਜ਼ਨ ਹੈ। ਇੱਕ ਤੇ ਸਾਡੇ ਲੀਡਰਾਂ ਨੂੰ ਇਸ ਪਾਸੇ ਧਿਆਨ ਘੱਟ, ਉਹਨਾਂ ਦਾ ਧਿਆਨ ਦੂਜੇ ਪਾਸੇ ਰਿਹਾ। ਇੱਕ ਬੜੀ ਗੱਲ ਵੱਡੀ ਕਰਾ ਲਈ ਕਿ ਪੰਜਾਬ ਦਾ ਜਿਹੜਾ ਗਵਰਨਰ ਹੈ ਉਹ ਇਹਦਾ ਇੰਚਾਰਜ ਹੋ ਜਾਏ। ਗਵਰਨਰ ਕੋਈ ਆਇਆ, ਉਹਦਾ ਇੰਟਰਸਟ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਸੀ, ਪੰਜਾਬ ਦੇ ਬਾਰੇ ਕਦੇ ਕਿਸੇ ਗਵਰਨਰ ਨੇ ਕੋਈ ਸੋਚਿਆ ਨਹੀਂ। ਲੇਕਿਨ ਇਸ ਵਿੱਚ ਇੱਕ ਬੜੀ ਵੱਡੀ ਸਾਡਾ ਜਿਹੜਾ ਗੁਨਾਹ ਹੋਇਆ, ਜਿਹੜਾ ਮੈਂ ਸਮਝਦਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰ ਹੈ, ਉਹਦੇ ਸਾਰੇ ਗਵਰਨਰ ਜ਼ਿੰਮੇਵਾਰ ਹਨ ਕਿ ਚੰਡੀਗੜ੍ਹ ਨੂੰ ਬਿਊਟੀਫਾਈ ਰੱਖਣ ਲਈ ਜਿੰਨੀਆਂ ਇੱਥੇ ਬਾਹਰੋਂ ਲੇਬਰਾਂ ਆਈਆਂ, ਉਹਨਾਂ ਦੀਆਂ ਝੁੱਗੀਆਂ ਕਲੋਨੀਆਂ ਬਣ ਗਈਆਂ। ਉਹਨਾਂ ਸਾਰਿਆਂ ਨੂੰ, ਝੁੱਗੀਆਂ ਵਾਲਿਆਂ ਨੂੰ, ਚੰਡੀਗੜ੍ਹ ਨੂੰ ਬਿਊਟੀਫਾਈ ਰੱਖਣ ਲਈ ਪੰਜਾਬ ਦੇ ਜਿਹੜੇ ਨਾਲ ਪਿੰਡ ਸਨ, ਉਹਨਾਂ ਵਿੱਚ ਜ਼ਮੀਨ ਅਕਵਾਇਰ ਕਰਕੇ ਇਹ ਸਾਰੇ ਉੱਥੇ ਚਲੇ ਗਏ, ਤੇ ਪੰਜਾਬ ਦੇ ਪਿੰਡਾਂ ਦੇ ਲੋਕ ਉੱਥੋਂ ਫਿਰ ਉਜੜ ਗਏ। 2 ਵਾਰ ਚੰਡੀਗੜ੍ਹ ਬਣਨ ਵਕਤ ਉਜੜੇ,
ਉਸ ਤੋਂ ਬਾਅਦ ਝੁੱਗੀਆਂ ਵਸਾਉਣ ਲਈ। ਇਟ ਮੀਨ ਕਿ ਜੀ ਡੈਮੋਗ੍ਰਾਫੀ ਹੈ, ਆਬਾਦੀ ਸਾਰੀ ਖਰਾਬ ਹੁੰਦੀ ਰਹੀ, ਅਸੀਂ ਬੋਲੇ ਨਹੀਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਮੈਂਬਰ ਪਾਰਲੀਮੈਂਟ ਸੀ, ਚਾਹੇ ਮੈਂ ਹਰਿਆਣੇ ਵੱਲੋਂ ਸੀ, ਮੈਂ 2 ਵਾਰੀ ਪਾਰਲੀਮੈਂਟ 'ਚ ਸਵਾਲ ਪਾਏ। ਇੱਕ ਮੈਂ ਕੁਐਸਚਨ ਪਾਇਆ ਕਿ ਕਿੰਨੇ ਲੋਕ ਚੰਡੀਗੜ੍ਹ ਦੇ ਵਸਾਉਣ ਲਈ ਕਿੰਨੇ ਪਿੰਡ ਮੁੜ ਕੇ ਉਜਾੜੇ ਗਏ। ਇਹ ਮੇਰਾ ਸਵਾਲ ਪਾਇਆ ਸੀ 20 ਅਗਸਤ 2006 'ਚ। ਉਹਦਾ ਮੈਨੂੰ ਜਵਾਬ ਮਿਲਿਆ ਕਿ ਜੀ ਇਹ ਲੱਖਾਂ ਸਾਡੇ ਰੁਪਏ ਲੱਗ ਕੇ ਅਸੀਂ ਜ਼ਮੀਨ ਅਕਵਾਇਰ ਕੀਤੀ ਹੈ ਜੀ, ਕੋਈ ਇਹਦੀ ਗਲਤੀ ਨਹੀਂ ਹੋਈ, ਜ਼ਮੀਨ ਪਿੰਡਾਂ ਦੀ ਅਕਵਾਇਰ ਕਰਕੇ ਅਸੀਂ ਇੰਨੀਆਂ ਝੁੱਗੀਆਂ ਵਸਾਤੀਆਂ। ਗੌਰਮੈਂਟ ਐਡਮਿਟ ਕਰ ਗਈ। ਤਾਂ ਫਿਰ ਮੈਂ ਇੱਕ ਕਾਲ ਅਟੈਂਸ਼ਨ ਮੋਸ਼ਨ ਮੂਵ ਕੀਤਾ, ਜਿਹੜਾ ਕਿ 30 ਨਵੰਬਰ ਨੂੰ ਮੈਂ 2006 ਨੂੰ ਕੀਤਾ, ਉਹ ਰਿਕਾਰਡ ਤੇ ਪਾਰਲੀਮੈਂਟ। ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਈ ਕਿ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਕੀ ਹੋ ਗਿਆ ਕਿ ਜਦੋਂ ਚੰਡੀਗੜ੍ਹ ਵਸਣ ਵਾਲੇ ਲੋਕਾਂ ਨੂੰ ਵਸਾਉਣ ਲਈ ਜਿਹੜੇ ਵਸਦੇ ਨੇ ਉਹਨਾਂ ਨੂੰ ਉਜਾੜ ਰਹੇ ਆ। ਇਹ ਬਹੁਤ ਮੇਰਾ ਉੱਥੇ ਇਹ ਮੈਂ ਮੋਸ਼ਨ ਮੂਵ ਕੀਤਾ, ਔਨ ਰਿਕਾਰਡ ਹੈ ਪਾਰਲੀਮੈਂਟ ਵਿੱਚ, ਕਿ ਇਹ ਸਰਕਾਰ ਕਿਉਂ ਕਰ ਰਹੀ ਹੈ। ਸਮਝ ਨਹੀਂ ਆਈ ਬਈ ਇਹ ਕੇਵਲ ਚੰਡੀਗੜ੍ਹ ਦੇ ਲੋਕਾਂ ਨੂੰ ਵਸਾਣਾ, ਇੱਦਾਂ ਦੇ ਸਾਰੇ ਪੰਜਾਬ ਹਰਿਆਣੇ 'ਚ ਲੋਕ ਬੈਠੇ ਨੇ, ਉਹਨਾਂ ਨੂੰ ਵੀ ਸੋ ਇਸ ਬਾਰੇ ਸਾਡੀ ਸਰਕਾਰ ਪੰਜਾਬ ਨੇ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ। ਮੇਰੀ ਇੱਕੋ ਬੇਨਤੀ ਹੈ, ਖਾਨ ਸਾਹਿਬ ਬੈਠੇ ਐਕਸਪਰਟਨ, ਜਿਹੜੀ 60-40 ਦੀ ਰੇਸ਼ੋ ਹੈ, ਇਹਦੇ 'ਚ ਪੰਜਾਬ ਹਰਿਆਣਾ ਦੋਵਾਂ ਨੂੰ ਫਾਇਦਾ ਹੈ। ਹਰਿਆਣਾ ਸਰਕਾਰ ਨਾਲ ਜਿਹੜਾ ਚਾਹੇ ਮਰਜ਼ੀ ਹੈ ਜੋ ਕਰ ਸਕਣ ਕਰਨ, ਲੇਕਿਨ ਖੱਟਰ ਸਾਹਿਬ ਜੇ 40% ਤੁਹਾਡੇ ਮੁਲਾਜ਼ਮ ਹੋਣਗੇ ਤਾਂ ਤੁਹਾਡੇ ਲੋਕਾਂ ਨੂੰ ਨੌਕਰੀ ਹੈ, 60% ਪੰਜਾਬ ਦੇ ਹੋਣਗੇ। ਅੱਜ ਦੋਨੋਂ ਸਰਕਾਰਾਂ ਇਕੱਠੀਆਂ ਹੋ ਜਾਣ, ਬੜੀ ਕਲੈਰਿਟੀ ਇਸ ਗੱਲ ਦੀ, ਦੋਨੋਂ ਮੁੱਖ ਮੰਤਰੀ ਜੁਆਇੰਟ ਲੜਨ ਕਿ ਸਾਨੂੰ 60-40 ਦੀ ਰੇਸ਼ੋ ਬਹਾਲ ਕਰੋ, ਔਰ ਜਿੰਨੇ ਐਮਪਲਾਈ ਤੁਸੀਂ ਹੁਣ ਤੱਕ ਲਗਾਏ ਉਹ ਗਲਤ ਲਗਾਏ। ਇਹ ਕਿਉਂ ਨਹੀਂ ਜਾ ਕੇ ਇਕੱਠੇ ਹੋਮ ਕਹਿੰਦੇ? ਇਹਦਾ ਬੈਨੀਫਿਟ ਦੋਨਾਂ ਦੇ ਅਨਐਮਪਲਾਇਡ ਨੂੰ ਹੈ, ਦੋਨਾਂ ਦੇ ਯੂਥ ਨੂੰ ਹੈ। ਇਹ ਹਾਲਾਂ ਵੀ ਸਾਡਾ ਪੈਂਡਿੰਗ ਇਸ਼ੂ ਹੈ, ਜਿੱਥੇ ਦੋਨੋਂ ਸਰਕਾਰਾਂ ਬਜਾਏ ਆਪਸ ਵਿੱਚ ਲੜਨ ਦੇ ਇਕੱਠੀਆਂ ਹੋ ਕੇ ਹੋਮ ਮਿਨਿਸਟਰ ਕੋਲ ਜਾਣ ਕਿ ਜੀ ਸਾਡੀ 60-40 ਰੇਸ਼ੋ ਅੱਜ ਵੀ ਬਹਾਲ ਕਰੋ। ਇਹ ਏਡਾ ਵੱਡਾ ਇਸ਼ੂ ਹੈ ਜਿਸ ਤੇ ਕਿ ਸਾਨੂੰ ਲੋਕ ਰਾਏ ਬਣਾਉਣੀ ਚਾਹੀਦੀ ਹੈ, ਔਰ ਇਹ ਨਹੀਂ ਕਿ ਜਿਹੜੇ EMPLOYEE ਸੈਂਟਰ ਦੇ ਬਣ ਗਏ ਉਹਨਾਂ ਵਾਸਤੇ ਨਵਾਂ ਐਕਟ ਬਦਲ ਦਿਓ। ਕਿਉਂ ਨਾ ਦੋਏ ਸਰਕਾਰਾਂ ਇਕੱਠੀਆਂ ਹੋਣ। ਬਾਕੀ ਜਿਹੜੀ ਅਗਲਾ ਪੁਆਇੰਟ ਮੈਂ ਕਹਾਂਗਾ ਕਿ ਜਿਹੜੀ ਇਹ ਅੱਜ ਤੱਕ ਸਾਨੂੰ ਸ਼ਿਕਾਇਤ ਹੈ ਜੀ ਚੰਡੀਗੜ੍ਹ ਕੈਪੀਟਲ ਦਾ ਸਾਹਿਬਾਨ ਨੇ ਕਦੇ ਸੈਂਟਰ ਲੈਵਲ ਤੇ ਹੋ ਕੇ ਇੱਕ ਰਾਇਆਮਾ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਨਹੀਂ ਬਣਾਈ ਕਿ ਸਾਰੇ ਹਿੰਦੁਸਤਾਨ ਵਿੱਚ ਇੱਕੋ ਸਟੇਟ ਹੈ ਜਿਹਦੀ ਆਪਣੀ ਰਾਜਧਾਨੀ ਨਹੀਂ। ਅੱਜ ਨਿੱਕੀਆਂ ਨਿੱਕੀਆਂ ਸਟੇਟਾਂ ਜਿਹੜੀਆਂ ਵਾਜਪਾਈ ਜੀ ਨੇ ਕ੍ਰੀਏਟ ਕੀਤੀਆਂ, ਦੇਹਰਾਦੂਨ, ਰਾਏਪੁਰ, ਰਾਂਚੀ, ਸਾਰਿਆਂ ਦੇ ਕੈਪੀਟਲ ਬਣ ਗਏ। ਸਾਰੀਆਂ ਜਿੰਨੀਆਂ ਉੱਥੇ ਨਾਰਥ ਈਸਟ ਦੀਆਂ 7 ਸਟੇਟਾਂ ਬਣੀਆਂ, 7 ਦੇ ਕੈਪੀਟਲ ਬਣ ਗਏ, ਤੇ ਸਾਡਾ ਕਿਉਂ ਨਹੀਂ? ਸੋ ਇਹ ਇਸ ਕਰਕੇ ਹਰਿਆਣੇ ਨੂੰ ਵੀ ਫਾਇਦਾ ਹੈ ਨਵਾਂ ਕੈਪੀਟਲ ਬਣੇ, ਹਰਿਆਣੇ ਦੇ ਲੋਕਾਂ ਨੂੰ ਫਾਇਦਾ, ਚਾਹੇ ਕੁਰੂਕਸ਼ੇਤਰ ਬਣੇ, ਕਰਨਾਲ ਬਣੇ, ਉਹਨਾਂ ਦਾ ਫੈਸਲਾ, ਲੇਕਿਨ ਨਵਾਂ ਕੈਪੀਟਲ ਹਰਿਆਣੇ ਦੇ ਹਿੱਤ ਵਿੱਚ ਹੈ। ਇਹ ਜਿੱਦਾਂ ਸਾਨੂੰ ਪਾਲ ਕੇ ਲੜਾਈਆਂ ਕਰਕੇ ਅਸੀਂ ਹਿੰਦੁਸਤਾਨ ਪਾਕਿਸਤਾਨ ਨਹੀਂ, ਦੋਏ ਭਰਾ ਪੰਜਾਬ ਹਰਿਆਣਾ ਇੱਕੋ ਸਾਡੀ ਜੜ ਹੈ, ਇੱਕੋ ਸਾਡਾ ਕਲਚਰ ਹੈ, ਇੱਕੋ ਸਾਡਾ ਹੈਰੀਟੇਜ ਹੈ। ਅੱਜ ਵੀ ਲੋੜ ਹੈ ਕਿ ਸੈਂਟਰ 'ਚ ਬਹਿ ਕੇ ਲੋਕ ਸਾਰੇ ਇਕੱਠੇ ਹੋਣ, ਇਹ ਫੈਸਲਾ ਕਰਨ ਕਿ ਚੰਡੀਗੜ੍ਹ ਪੰਜਾਬ ਨੂੰ, ਨਵਾਂ ਕੈਪੀਟਲ ਹਰਿਆਣੇ ਨੂੰ, ਉਹਦੇ ਲਈ ਸੈਂਟਰ ਗ੍ਰਾਂਟ ਦੇਵੇ, ਕੁਝ ਪੰਜਾਬ ਦੇਵੇ, ਕੁਝ ਭਾਰਤ ਦੇ ਹੋਰ ਲੋਕਾਂ ਨੂੰ ਅਪੀਲ ਕਰੋ ਇੱਕ ਹੋਰ ਚੰਡੀਗੜ੍ਹ ਨਾਲੋਂ ਵੀ ਵਧੀਆ ਸ਼ਹਿਰ ਅੱਜ ਦੇ ਮਾਡਰਨ ਟੈਕਨੀਕ ਦਾ ਹਰਿਆਣੇ 'ਚ ਬਣੇ। ਇਸ ਦਾ ਹੱਲ ਇਹ ਹੀ ਹੈ। ਇਹ ਲੜਾਈਆਂ ਅਸੈਂਬਲੀਆਂ ਦੇ ਬਿੱਲ ਇੱਕ ਆਈ ਵਾਸ਼ ਹੈ, ਇਹਦੇ 'ਚ ਕੋਈ ਬੈਨੀਫਿਟ ਨਹੀਂ ਹੋਇਆ। ਇਹੋ ਜਿਹੇ ਬਿੱਲ ਪਹਿਲਾਂ ਕਈ ਵਾਰੀ ਪਾਣੀਆਂ ਦੇ ਪਾਸ ਕੀਤੇ, ਉਹਨਾਂ ਦਾ ਕੀ ਬੈਨੀਫਿਟ ਮਿਲਿਆ? ਇਸ ਕਰਕੇ ਹਰਿਆਣਾ ਪੰਜਾਬ ਜਿਵੇਂ ਕਿਸਾਨ ਮੂਵਮੈਂਟ 'ਚ ਇਕੱਠੇ ਹੋ ਕੇ ਸੁਲ੍ਹਾ ਰਹੀ, ਅੱਜ ਮੁੜ ਕੇ ਦੋਏ ਮੁੱਖ ਮੰਤਰੀ ਔਰ ਦੇਸ਼ ਦੇ ਲੀਡਰ ਇਕੱਠੇ ਹੋ ਕੇ ਸਾਡਾ ਇਹ ਰੋਜ਼ ਦਾ ਝਗੜਾ ਖਤਮ ਕਰਨ। ਇਹ ਲੜਾਈ ਸਾਨੂੰ ਮਹਿੰਗੀ ਪੈ ਰਹੀ ਹੈ, ਇਹਦਾ ਕੋਈ ਲਾਭ ਨਹੀਂ। ਮੈਂ ਸਰਦਾਰ ਸਾਹਿਬ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਜੀ ਨੂੰ ਸ਼ਾਮਲ ਕਰ ਲਵਾਂ ਨਾਲ। ਪ੍ਰੋਫੈਸਰ ਸਾਹਿਬ, ਇਹ ਵੀ ਇੱਕ ਇਤਿਹਾਸ ਆ ਜਾਤੀਆਂ ਦਾ, ਕਿਸੇ ਸਟੇਟ ਦੀ ਆਪਣੀ ਰਾਜਧਾਨੀ ਉਹਦੀ ਆਪਣੀ ਨਾ ਹੋਵੇ। ਲਾਹੌਰੋਂ ਚੱਲੇ ਸੀਗੇ ਕਦੇ ਸ਼ਿਮਲੇ ਦੀਆਂ ਗੱਲਾਂ, ਤੇ ਫਿਰ ਚੰਡੀਗੜ੍ਹ 'ਚ ਆ ਕੇ ਰੋਕੇ। ਪੰਜਾਬ ਦੇ ਪਿੰਡ ਔਰ ਚੰਡੀਗੜ੍ਹ ਇਹ ਰੌਲਾ ਪੈਂਦਾ ਰਿਹਾ, ਬੜੀ ਦੇਰੋਂ ਲੋਕ ਵੀ ਲੜਦੇ ਰਹੇ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਕਿ ਸਾਨੂੰ ਭਾਈ ਮੁਆਵਜ਼ਾ ਤਾਂ ਦੇ ਦਿਓ, ਜਿਵੇਂ ਸਰਦਾਰ ਸਾਹਿਬ ਨੇ ਗੱਲ ਕੀਤੀ ਆ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਕੀ ਕੋਈ, ਜਿਵੇਂ ਮਨਪ੍ਰੀਤ ਰੰਧਾਵਾ ਨੇ ਇਸੇ ਪ੍ਰੋਗਰਾਮ 'ਚ ਗੱਲ ਰਿਸਰਚ ਤੋਂ ਬਾਅਦ ਦੱਸੀ ਸੀਗੀ ਕਿ ਸ਼ੁਰੂ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਹਰਿਆਣੇ ਨੂੰ 10 ਕਰੋੜ ਦਿੱਤਾ ਜਾਂਦਾ ਹੈ, ਨਾਲ 10 ਕਰੋੜ ਦਾ ਲੋਨ ਦਿੱਤਾ ਜਾਂਦਾ ਆਪਣੀ ਰਾਜਧਾਨੀ ਬਣਾਉਣ ਲਈ, ਉਹਦੇ ਲਈ ਸਮਾਂ ਸੀਮਾ ਨਿਰਧਾਰਿਤ ਕਰਤੀ ਗਈ ਸੀਗੀ। ਮੈਨੂੰ ਦੱਸਿਓ ਜ਼ਰਾ ਇਹ ਇਤਿਹਾਸ ਕੀ ਬੋਲਦਾ ਹੈ
ਔਰ ਅੱਜ ਦੇ ਦਿਨ 'ਚ ਜਿੰਨੀਆਂ ਇਹ ਆਈ ਵਾਸ਼ ਜਾਂ ਅੱਖਾਂ ਭੰਜਾਉਣ ਦੀਆਂ ਕਾਰਵਾਈਆਂ, ਇਹਦੇ ਤੋਂ ਗਾਂਹ ਆਪਾਂ ਕਦੋਂ ਵਧਾਂਗੇ? ਮੈਨੂੰ ਜ਼ਰਾ ਇਤਿਹਾਸ ਫਰੋਲ ਕੇ ਦੱਸਿਓ। ਰੰਧਾਵਾ ਸਾਹਿਬ, ਜਦ ਅਸੀਂ ਪੰਜਾਬੀ ਸੂਬੇ ਦੀ ਫਾਰਮੇਸ਼ਨ ਜਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਕੇਂਦਰ ਦੀ ਤਰਫੋਂ ਹਮੇਸ਼ਾ ਪੰਜਾਬ ਨਾਲ ਜ਼ਿਆਦਤੀ ਜਾਂ ਵਿਤਕਰਾ ਹੁੰਦਾ ਰਿਹਾ ਹੈ। ਸਾਨੂੰ ਪਤਾ ਹੈ ਕਿ ਜਿੱਥੇ ਬਾਕੀ ਸਟੇਟਾਂ ਦੇ ਵਿੱਚ ਬੜੀ ਆਰਾਮ ਨਾਲ ਜਿਹੜੀਆਂ ਸਟੇਟਾਂ ਲੈਂਗੁਏਜ ਦੇ ਆਧਾਰ ਤੇ ਬਣ ਗਈਆਂ, ਲੇਕਿਨ ਪੰਜਾਬ ਜਿਹੜਾ ਹੈ ਉਹ ਬੜੀ ਲੇਟ ਬਣਿਆ। ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਸਿਲੈਕਟ ਸਪੀਚਸ ਪੜ੍ਹੀਆਂ ਹੈਗੀਆਂ। ਉਹਦੇ ਵਿੱਚ ਜਵਾਹਰ ਲਾਲ ਨਹਿਰੂ ਉਹਨਾਂ ਨੇ ਲਿਖਿਆ ਕਿ ਦੁਨੀਆ ਦੀ ਕੋਈ ਤਾਕਤ ਮੈਨੂੰ ਪੰਜਾਬੀ ਸੂਬੇ ਦੀ ਜਸਟੀਫਿਕੇਸ਼ਨ ਵਾਸਤੇ ਕਨਵਿੰਸ ਨਹੀਂ ਕਰਾ ਸਕਦੀ। ਇਹਦਾ ਮਤਲਬ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਮੈਂ ਜਿਉਂਦਾ ਇਹ ਪੰਜਾਬੀ ਸੂਬਾ ਨਹੀਂ ਬਣ ਸਕਦਾ। ਲੇਕਿਨ ਬਾਅਦ ਵਿੱਚ ਹਾਲਾਤ ਚੇਂਜ ਹੋ ਗਏ। 27 ਮਈ 1954 ਨੂੰ ਜਵਾਹਰ ਲਾਲ ਨਹਿਰੂ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਬਣੇ, ਫਿਰ ਇੰਦਰਾ ਗਾਂਧੀ ਬਣੀ। ਇੰਦਰਾ ਗਾਂਧੀ ਉਹਨਾਂ ਨੇ ਆਲਰੇਡੀ ਮਾਈਂਡ ਬਣਾਇਆ ਹੋਇਆ ਸੀ ਕਿ ਮੈਂ ਪੰਜਾਬੀ ਸੂਬਾ ਦੇ ਦੇਣਾ। ਉਸ ਟਾਈਮ ਇੰਦਰਾ ਗਾਂਧੀ ਦੀ ਇਹ ਇਮੇਜ ਸੀ ਕਿ ਪ੍ਰੋ ਪੰਜਾਬੀ ਟਾਈਪ ਇਮੇਜ ਸੀ ਜੀ। ਲੇਕਿਨ ਵਿਤਕਰਾ ਕਿਵੇਂ ਹੋਇਆ ਮੈਂ ਤੁਹਾਨੂੰ ਦੱਸਦਾ ਕਿ ਜਦ ਸਟੇਟ ਰੀਆਰਗੇਨਾਈਜੇਸ਼ਨ ਹੋਣੀ ਸੀ, ਉਹਦੀਆਂ ਬਾਉਂਡਰੀਜ਼ ਨੂੰ ਡਿਮਾਰਕੇਟ ਕਰਨ ਵਾਸਤੇ ਇੱਕ ਕਮਿਸ਼ਨ ਬਣਾਇਆ ਗਿਆ ਸੀ। ਸ਼ਾਇਦ ਇਹ ਗੱਲ ਪਹਿਲਾਂ ਕਦੇ ਨਹੀਂ ਹੋਈ ਕਿ ਇੱਕ 3 ਮੈਂਬਰੀ ਕਮਿਸ਼ਨ ਬਣਾਇਆ ਜਿਹਨੇ ਬਾਉਂਡਰੀਜ਼ ਡਿਮਾਰਕੇਟ ਕਰਨੀਆਂ ਸੀ ਬਿਟਵੀਨ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਵਿੱਚ। ਉਸ ਕਮਿਸ਼ਨ ਦੇ 3 ਮੈਂਬਰ ਸੀ ਔਰ ਜਸਟਿਸ ਸ਼ਾਹ ਦੇ ਅੰਡਰ ਉਹ ਕਮਿਸ਼ਨ ਸੀ। ਜਸਟਿਸ JC ਸ਼ਾਹ, T ਫਿਲਿਪ ਤੇ S ਦੱਤ, ਇਹ 3 ਮੈਂਬਰ ਸੀ। ਇਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਨਾ ਚੰਡੀਗੜ੍ਹ ਦੇ ਬਾਰੇ ਜੀ, ਕਿਉਂਕਿ ਇਹ ਜਿਹੜਾ ਖਰੜ ਤਹਿਸੀਲ ਦਾ ਪਾਰਟ ਸੀ ਚੰਡੀਗੜ੍ਹ, ਇਹ 3 ਮੈਂਬਰਾਂ ਦੇ ਵਿੱਚੋਂ 2 ਮੈਂਬਰਾਂ ਨੇ ਇਹ ਰਿਕਮੈਂਡੇਸ਼ਨ ਦਿੱਤੀ ਕਿ ਜਿਹੜੀ ਖਰੜ ਤਹਿਸੀਲ ਹੈ ਇਨਕਲੂਡਿੰਗ ਚੰਡੀਗੜ੍ਹ, ਇਟ ਸ਼ੁੱਡ ਬੀ ਇਨਕਲੂਡਡ ਇਨ ਹਰਿਆਣਾ। ਇਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਸਿਰਫ ਇੱਕ ਮੈਂਬਰ ਸੀ ਉਹਨਾਂ ਦੇ ਵਿੱਚ, S ਦੱਤ, ਜਿਹਨੇ ਡਿਸੈਂਟਿੰਗ ਓਪੀਨੀਅਨ ਦਿੱਤਾ ਕਿ ਮੈਂ ਮੈਜੋਰਿਟੀ ਓਪੀਨੀਅਨ ਦੇ ਨਾਲ ਐਗਰੀ ਨਹੀਂ ਕਰਦਾ, ਕਿਉਂਕਿ ਇਹਨਾਂ ਦੀ ਜਿਹੜੀ ਆਰਗੂਮੈਂਟ ਇਸ ਗੱਲ ਤੇ ਆਧਾਰਿਤ ਹੈ ਕਿ ਖਰੜ ਜਿਹੜੀ ਹਿੰਦੀ ਸਪੀਕਿੰਗ ਤਹਿਸੀਲ ਹੈ। ਪਰ ਮੈਂ ਇਹ ਤੋਂ ਡਿਫਰ ਕਰਦਾ। ਜਦ ਅਸੀਂ ਇਹ ਕਹਿੰਦੇ ਹਾਂ ਕਿ ਹਿੰਦੀ ਸਪੀਕਿੰਗ ਹੈ ਤਾਂ ਅਸੀਂ ਉਹਦੇ ਵਿੱਚ ਉਹ ਪਾਪੂਲੇਸ਼ਨ ਵੀ ਸ਼ਾਮਲ ਕਰ ਲੈਂਦੇ ਹਾਂ ਜਿਹੜੀ ਮਾਈਗ੍ਰੇਟਰੀ ਹੈ ਜੀ। ਉਹ ਮਾਈਗ੍ਰੇਟਰੀ ਪਾਪੂਲੇਸ਼ਨ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ। ਔਰ ਜੇ ਅਸੀਂ ਮਾਈਗ੍ਰੇਟਰੀ ਪਾਪੂਲੇਸ਼ਨ ਨੂੰ ਕੱਢ ਦਈਏ ਤਾਂ ਇਟ ਟਰਨਸ ਆਊਟ ਟੂ ਬੀ ਅ ਪੰਜਾਬੀ ਸਪੀਕਿੰਗ ਸਟੇਟ। ਦੂਸਰੀ ਉਹਨੇ ਗੱਲ ਕਹੀ ਕਿ ਸ਼ਹਿਰਾਂ ਦੀ ਆਬਾਦੀ ਤਾਂ ਠੀਕ ਹੈ, ਉੱਥੇ ਹਿੰਦੀ ਸਪੀਕਿੰਗ ਹੈ, ਲੇਕਿਨ ਜੇ ਅਸੀਂ ਪਿੰਡਾਂ ਦੀ ਗੱਲ ਕਰੀਏ ਪੰਜਾਬੀ ਸਪੀਕਿੰਗ ਹੈ। ਇਸ ਕਰਕੇ ਇੱਕ ਮੈਂਬਰ ਨੇ ਇਹ ਕਿਹਾ, S ਦੱਤ ਨੇ, ਕਿ ਮੈਂ ਇਹਨਾਂ 2 ਮੈਂਬਰਾਂ ਨਾਲ ਐਗਰੀ ਨਹੀਂ ਕਰਦਾ। ਉਹਨਾਂ ਨੇ ਇੱਕ ਡਿਸੈਂਟਿੰਗ ਓਪੀਨੀਅਨ ਆਪਣਾ ਨਾਲ ਲਾਤਾ। ਅਗਰ ਮੈਜੋਰਿਟੀ ਓਪੀਨੀਅਨ ਦੇ ਨਾਲ ਕੇਂਦਰ ਫੈਸਲਾ ਲੈ ਲੈਂਦਾ ਤਾਂ ਇਹ ਚੰਡੀਗੜ੍ਹ ਜਿਹੜਾ ਹੈ ਉਹ ਹਰਿਆਣੇ ਦੇ ਵਿੱਚ ਹੋਣਾ ਸੀ ਜੀ। ਲੇਕਿਨ ਕੇਂਦਰ ਸਰਕਾਰ ਨੇ ਮੈਜੋਰਿਟੀ ਓਪੀਨੀਅਨ ਨੂੰ ਇੱਕ ਪਾਸੇ ਰੱਖ ਕੇ ਜਿਹੜਾ ਡਿਸੈਂਟਿੰਗ ਓਪੀਨੀਅਨ ਸੀ ਉਹਦੇ ਆਧਾਰ ਤੇ ਇਹ ਫੈਸਲਾ ਲਿਆ ਕਿ ਨਾ ਇਹ ਪੰਜਾਬ ਨੂੰ ਦਿੱਤੀ ਜਾਏਗੀ, ਚੰਡੀਗੜ੍ਹ ਦਿੱਤਾ ਜਾਏਗਾ, ਨਾ ਹਰਿਆਣੇ ਨੂੰ, ਬਲਕਿ ਇਹਨੂੰ ਯੂਨੀਅਨ ਟੈਰੀਟਰੀ ਬਣਾ ਦਿਓ। ਉਸ ਤੋਂ ਬਾਅਦ ਪੰਜਾਬ ਦਾ ਪ੍ਰੈਸ਼ਰ ਪਿਆ। ਤੁਹਾਨੂੰ ਪਤਾ ਹੈ ਕਿ 66 ਦੇ ਵਿੱਚ ਹੀ ਇੱਥੇ ਐਜੀਟੇਸ਼ਨ ਸ਼ੁਰੂ ਹੋ ਗਈ। ਸੰਤ ਫਤਿਹ ਸਿੰਘ ਉਹਨਾਂ ਨੇ ਮਰਨ ਵਰਤ ਰੱਖ ਲਿਆ, ਚਾਹੇ ਬਗੈਰ ਕੁਝ ਮਿਲੇ ਉਹਨਾਂ ਨੇ ਵਰਤ ਜਿਹੜਾ ਛੱਡਤਾ। ਬਾਅਦ ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ 15 ਅਗਸਤ 1968 ਨੂੰ ਵਰਤ ਰੱਖਿਆ ਤੇ 73 ਦਿਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੀ ਸ਼ਹੀਦੀ ਹੋਈ ਜਾਂ ਇਸ ਇਸ਼ੂ ਤੇ ਉਹਨਾਂ ਨੇ ਆਪਣੀ ਜਾਨ ਨਿਛਾਵਰ ਕਰ ਦਿੱਤੀ। ਉਸ ਤੋਂ ਬਾਅਦ ਐਸੀ ਸਿਚੁਏਸ਼ਨ ਹੋ ਗਈ ਕਿ ਅਕਾਲੀਆਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਸੀ। ਜਾਂ ਸੰਤ ਫਤਿਹ ਸਿੰਘ ਜਿਹੜੇ ਉਸ ਟਾਈਮ ਅਕਾਲੀ ਦਲ ਦੇ ਲੀਡਰ ਸੀ, ਪਹਿਲਾਂ ਉਹਨਾਂ ਨੇ ਵਰਤ ਤੋੜਦਾ ਸੀ ਵਿਦਆਊਟ ਕੁਛ ਮਿਲੇ, ਪਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਆਪਣੀ ਜਾਨ ਨਿਛਾਵਰ ਕੀਤੀ। ਇਸ ਕਰਕੇ ਉਹਨਾਂ ਵਾਸਤੇ ਜ਼ਰੂਰੀ ਹੋ ਗਿਆ ਕਿ ਹੁਣ ਉਹ ਵੀ ਕੁਛ ਕਰਕੇ ਦਿਖਾਣ। ਮੈਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਆਪਾਂ ਇਹਦੇ ਚ ਇੰਦਰਾ ਗਾਂਧੀ ਅਵਾਰਡ ਦੀ ਵੀ ਗੱਲ ਕਰਾਂਗੇ, ਉੱਥੇ ਕੀ ਹੈ, ਤੇ ਪੰਜਾਬ ਅਕਾਰਡ ਦੀ ਵੀ ਗੱਲ ਕਰਾਂਗੇ। ਜਦ ਜਿਹੜਾ ਹੈ
ਸੰਤ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਕੁਰਬਾਨੀ ਆਪਣੀ ਦੇਤੀ। ਉਸ ਤੋਂ ਬਾਅਦ ਸੰਤ ਫਤਿਹ ਸਿੰਘ ਹੋਣਾ ਨੇ 26 ਜਨਵਰੀ 1970 ਨੂੰ ਜਿਹੜਾ ਫਾਸਟ ਅਨਟੂ ਡੈਥ ਰੱਖ ਲਿਆ ਕਿ ਅਗਰ ਮੇਰੀ ਗੱਲ ਨਹੀਂ ਮੰਨੀ ਜਾਂਦੀ ਤਾਂ 1 ਫਰਵਰੀ 2070 ਨੂੰ ਮੈਂ ਸੈਲਫ ਇਮੋਲੇਟ ਕਰ ਲਵਾਂਗਾ, ਆਪਣੀ ਜਾਨ ਦੇ ਦੇਵਾਂਗਾ। ਇਹ ਜੇ ਗੱਲ ਹੁੰਦੀ, ਕਿਉਂਕਿ ਇਹਦੇ ਨਾਲ ਇੰਨੀ ਸਿਚੁਏਸ਼ਨ ਕੰਪਲਿਕੇਟ ਹੋ ਗਈ। ਇਹ ਵੀ ਹੋਈ ਗੱਲ ਪਾਰਟੀ ਦੇ ਵਿੱਚ ਕਿ ਪਹਿਲਾਂ ਚੀਫ ਮਿਨਿਸਟਰ ਤੇ ਕੌਂਸਲ ਆਫ ਮਿਨਿਸਟਰ ਸਾਰੇ ਆਪਣੇ ਅਸਤੀਫੇ ਸਤ ਫਤਿਹ ਸਿੰਘ ਨੂੰ ਦੇ ਦੇਣ ਤਾਂ ਕਿ ਜੇ ਜ਼ਰੂਰਤ ਪਵੇ ਹੋਰ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਪਾਉਣ ਦੀ ਤਾਂ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕੇ। ਇਸੇ ਤਰ੍ਹਾਂ ਸਾਰੇ ਐਮਐਲਏ ਤੇ ਸਾਰੇ ਐਮਪੀਜ਼ ਨੇ ਵੀ ਅਸਤੀਫੇ ਪਾਰਟੀ ਨੂੰ ਪਕੜਾਤੇ ਕਿ ਅਗਰ ਇਹ ਇਸ਼ੂ ਨਹੀਂ ਸੋਲਵ ਹੁੰਦਾ ਤਾਂ ਅਸੀਂ ਸਾਰਾ ਕੁਝ ਛੱਡ ਦੇਣਾ। ਹੁਣ ਗੁਰਨਾਮ ਸਿੰਘ ਨੂੰ ਇਹ ਫਿਕਰ ਪੈ ਗਿਆ ਕਿ ਅਗਰ ਸੰਤ ਫਤਿਹ ਸਿੰਘ ਨੂੰ ਇੱਕ ਸੱਚਮੁੱਚ ਹੀ ਇਹ ਫਾਸਟ ਰੱਖ ਕੇ ਜਾਨ ਦੇਣੀ ਪੈਂਦੀ ਹੈ ਤਾਂ ਉਹਦੀ ਸਰਕਾਰ ਚਲੀ ਜਾਏਗੀ। ਉਹਨੇ ਸੈਂਟਰਲ ਗਵਰਨਮੈਂਟ ਨਾਲ ਹੌਬਨੋਬਿੰਗ ਕੀਤੀ ਤੇ ਇੱਕ ਐਗਰੀਮੈਂਟ ਤੇ ਪਹੁੰਚ ਗਏ। ਸਰਦਾਰ ਹੁਕਮ ਸਿੰਘ ਨੂੰ ਤਿਆਰ ਕਰ ਲਿਆ ਤੇ ਇਹ ਇੱਕ ਜਿਹੜਾ 29 ਜਨਵਰੀ 1970 ਨੂੰ ਇੱਕ ਇੰਦਰਾ ਗਾਂਧੀ ਅਵਾਰਡ ਹੋਇਆ। ਅਵਾਰਡ ਕੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਜਿਹੜਾ ਚੰਡੀਗੜ੍ਹ ਅਸੀਂ ਫੈਸਲਾ ਕਰ ਲਿਆ ਇਟ ਵਿਲ ਬੀ ਗਿਵਨ ਟੂ ਪੰਜਾਬ। ਲੇਕਿਨ ਉਹਦੇ ਨਾਲ ਕੀ ਸ਼ਰਤ ਲਗਾਤੀ? ਇਹ ਲਗਾਤੀ ਕਿ ਇਹਦੇ ਬਦਲੇ ਚੰਡੀਗੜ੍ਹ ਟੈਰੀਟਰੀ ਦੇ ਬਦਲੇ ਪੰਜਾਬ ਹਰਿਆਣੇ ਨੂੰ ਜਿਹੜਾ ਹੈਗਾ ਫਾਜ਼ਿਲਕਾ ਦੇ ਅਬੋਹਰ ਦੇ ਹਿੰਦੀ ਸਪੀਕਿੰਗ ਏਰੀਆ ਦੇਗਾ ਤੇ ਨਾਲ ਦੀ ਨਾਲ ਕੇਂਦਰ ਸਰਕਾਰ 10 ਕਰੋੜ ਰੁਪਈਆ ਐਜ਼ ਗ੍ਰਾਂਟ ਤੇ 10 ਕਰੋੜ ਰੁਪਈਆ ਐਜ਼ ਲੋਨ ਦੇਗਾ। ਇਹ ਪਹਿਲੀ ਗੱਲ ਹੋ ਗਈ ਕਿ ਚੰਡੀਗੜ੍ਹ ਦੇਣ ਦੀ ਤਾਂ ਗੱਲ ਹੋ ਗਈ, ਪਰ ਨਾਲ ਦੀ ਨਾਲ ਸ਼ਰਤ ਵੀ ਹੁੰਦੀ ਹੈ ਕਿ ਤੁਸੀਂ ਫਾਜ਼ਿਲਕਾ ਅਬੋਹਰ ਦਾ ਏਰੀਆ ਦਿਓਗੇ। ਲੇਕਿਨ ਫਾਜ਼ਿਲਕਾ ਅਬੋਹਰ ਦਾ ਏਰੀਆ ਤਾਂ ਬੜਾ ਫਰਟਾਈਲ ਸੀ। ਚੰਡੀਗੜ੍ਹ ਦਾ ਇੱਕ ਕਹਿੰਦੇ ਵਾਈਟ ਐਲੀਫੈਂਟ ਹੈ, ਉਹਦੇ ਬਦਲੇ ਕਿਉਂ ਫਾਜ਼ਿਲਕਾ ਅਬੋਹਰ ਦਿੱਤਾ ਜਾਂਦਾ? ਫਿਰ ਜਿਹੜਾ ਹੈਗਾ ਧਰਮ ਯੁੱਧ ਮੋਰਚੇ ਤੋਂ ਬਾਅਦ ਆਪਾਂ ਪਹਿਲਾਂ ਵੀ ਗੱਲ ਹੋਈ ਹੈ ਕਿ ਇੱਕ ਪੰਜਾਬ ਅਕੋਰਡ ਹੋਇਆ। ਬੜੀ ਦੇਰ ਤੱਕ ਧਰਮ ਯੁੱਧ ਮੋਰਚਾ ਲੜਿਆ ਗਿਆ। ਉਸ ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਹੋਇਆ, ਐਂਟੀ ਸਿੱਖ ਰਾਈਟਸ ਹੋਈਆਂ, ਬੜੀਆਂ ਘਟਨਾਵਾਂ ਵਾਪਰੀਆਂ ਤੇ ਅਲਟੀਮੇਟਲੀ ਸੈਂਟਰਲ ਗਵਰਨਮੈਂਟ ਨੂੰ ਇਹ ਲੱਗਿਆ ਕਿ ਸਿੱਖ ਕਮਿਊਨਿਟੀ ਨਾਲ ਕੋਈ ਨਾ ਕੋਈ ਸਮਝੌਤਾ ਕਰ ਲੈਣਾ ਚਾਹੀਦਾ, ਇਹਨਾਂ ਨੂੰ ਪੈਸੀਫਾਈ ਕਰਨਾ ਚਾਹੀਦਾ, ਇਹਨਾਂ ਦੇ ਜਿਹੜੇ ਜ਼ਖਮ ਹੈਗੇ ਉਹਨਾਂ ਨੂੰ ਮੱਲਮ ਲਗਾਉਣੀ ਚਾਹੀਦੀ ਹੈ। ਇਸ ਸੰਦਰਭ ਦੇ ਵਿੱਚ ਅਕਾਲੀ ਦਲ ਤੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੇ ਵਿੱਚ ਇੱਕ ਸਮਝੌਤਾ ਹੋ ਗਿਆ 20 ਜੁਲਾਈ 1985 ਨੂੰ। ਇਸ ਸਮਝੌਤੇ ਦੀਆਂ 11 ਕਲੌਜ਼ ਸੀ। 11 ਦੇ ਵਿੱਚ ਜਿਹੜੀ 7ਵੀਂ ਕਲੌਜ਼ ਸੀ ਉਹਦਾ ਚੰਡੀਗੜ੍ਹ ਨਾਲ ਸੰਬੰਧ ਸੀ। ਉਹਦੇ ਵਿੱਚ ਕੀ ਕਿਹਾ ਗਿਆ ਕਿ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦੇ ਦਿੱਤਾ ਜਾਏਗਾ ਔਰ ਜਦ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ, ਚੰਡੀਗੜ੍ਹ ਵਸਾਉਣ ਵਾਸਤੇ ਜਿਹੜੇ ਬਾਅਦ ਦੇ ਵਿੱਚ ਕੁਝ ਏਰੀਆ ਪੰਜਾਬ ਦੇ ਹੈਗੇ, ਕੁਝ ਹਰਿਆਣੇ ਦੇ ਹੈਗੇ, ਉਹ ਹਰਿਆਣੇ ਨੂੰ ਵਾਪਸ ਕਰ ਦਿੱਤੇ ਜਾਣਗੇ ਜਿਹੜੇ ਹਰਿਆਣੇ ਦੇ ਹੈਗੇ। ਔਰ ਇੱਕ ਗੱਲ ਹੋਰ ਕਹੀ, ਸੈਕੰਡ ਕਲੌਜ਼ ਇਹ ਸੀ ਕਿ ਇੰਦਰਾ ਗਾਂਧੀ ਹਮੇਸ਼ਾ ਇਸ ਓਪੀਨੀਅਨ ਦੀ ਰਹੀ ਹੈ ਕਿ ਜਦ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ ਤਾਂ ਉਹਦੇ ਬਦਲੇ ਹਰਿਆਣੇ ਨੂੰ ਕੁਝ ਪੰਜਾਬ ਦੇ ਵਿੱਚੋਂ ਹਿੰਦੀ ਸਪੀਕਿੰਗ ਏਰੀਆ ਦਿੱਤੇ ਜਾਣਗੇ। ਇਸ ਵਾਰੀ ਫਾਜ਼ਿਲਕਾ ਅਬੋਹਰ ਦੀ ਗੱਲ ਨਹੀਂ ਹੋਈ। ਇਹ कहता ਕਿ ਕੁਝ ਇਲਾਕੇ ਉੱਥੇ ਜਦ ਇਹ ਸਮਝੌਤਾ ਪਾਰਟੀ ਦੇ ਵਿੱਚ ਅਪਰੂਵਲ ਵਾਸਤੇ ਗਿਆ ਵੱਡੀ ਲੀਡਰਸ਼ਿਪ ਦੇ ਸਾਹਮਣੇ, ਤਾਂ ਜਿਹੜਾ ਸੰਤ ਲੌਂਗੋਵਾਲ ਹੋਣੀ ਸੀ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ, ਲੋਕਾਂ ਨੇ ਆਬਜੈਕਸ਼ਨ ਕੀਤਾ ਕਿ ਗੱਲ ਤਾਂ ਉੱਥੇ ਹੀ ਰਹਿ ਗਈ ਇੰਦਰਾ ਗਾਂਧੀ ਅਵਾਰਡ ਤੇ, ਕੁਝ ਇਲਾਕੇ ਤਾਂ ਅਸੀਂ ਫੇਰ ਦੇਣੇ ਹੈਗੇ, ਚੰਡੀਗੜ੍ਹ ਦੇ ਬਦਲੇ ਅਸੀਂ ਖੱਟਿਆ ਕੀ? ਉਹ ਕਹਿੰਦੇ ਨਹੀਂ, ਓਰਲੀ ਮੈਨੂੰ ਰਾਜੀਵ ਗਾਂਧੀ ਹੋਣਾ ਨੇ ਓਰਲੀ ਇਹ ਅਸ਼ੋਰ ਕੀਤਾ ਪ੍ਰਾਈਮ ਮਿਨਿਸਟਰ ਨੇ ਕਿ ਫਾਜ਼ਿਲਕਾ ਅਬੋਹਰ ਜਿਹੜਾ ਹੈ ਉਹਨੂੰ ਅਸੀਂ ਟੱਚ ਨਹੀਂ ਕਰਾਂਗੇ, ਬਲਕਿ ਕੋਈ ਵੀ ਤੁਸੀਂ ਏਰੀਆ ਆਇਡੈਂਟੀਫਾਈ ਕਰ ਦਿਓ। ਤਾਂ ਚੰਡੀਗੜ੍ਹ ਜਿਹੜਾ ਹੈ ਉਹ, ਔਰ ਡੇਟ ਵੀ ਤੈਅ ਹੋ ਗਈ ਕਿ ਇੱਕ ਕਮਿਸ਼ਨ ਬਣੇਗਾ ਜਿਹੜਾ ਇਹ ਆਇਡੈਂਟੀਫਾਈ ਕਰੇਗਾ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਹਿੰਦੀ ਸਪੀਕਿੰਗ ਏਰੀਆ ਹੈਗੇ, ਕ੍ਰਾਈਟੇਰੀਆ ਕੀ ਹੋਏਗਾ, ਵਿਲੇਜ ਐਜ਼ ਯੂਨਿਟ ਹੋਏਗਾ, ਲੈਂਗੁਏਜ ਦੇਖੀ ਜਾਏਗੀ, ਜੀਓਗ੍ਰਾਫਿਕਲ ਕੰਟੀਨਿਊਟੀ ਦੇਖੀ ਜਾਏਗੀ। ਕੁਝ ਏਰੀਆ ਜਿਹੜਾ ਪੰਜਾਬ ਹਿੰਦੀ ਸਪੀਕਿੰਗ ਏਰੀਆ ਜੋ ਪੰਜਾਬ ਦੇ ਵਿੱਚ ਹੈਗੇ ਇਹਦੇ ਬਦਲੇ ਹਰਿਆਣੇ ਨੂੰ ਦੇ ਜਾਏਗਾ। ਇਹਦੇ ਵਾਸਤੇ ਇੱਕ ਕਮਿਸ਼ਨ ਬਣੇਗਾ ਏਰੀਆ ਆਇਡੈਂਟੀਫਾਈ ਕਰਨ ਵਾਸਤੇ, ਔਰ ਉਹ ਕਮਿਸ਼ਨ 31 ਦਸੰਬਰ 1985 ਤੱਕ ਆਪਣੀ ਰਿਪੋਰਟ ਦੇ ਦੇਗਾ
ਤੇ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਨੂੰ ਹੈਂਡਓਵਰ ਕਰ ਦਿੱਤਾ ਜਾਏਗਾ, ਪਰ ਨਾਲ ਦੀ ਨਾਲ ਪੰਜਾਬ ਨੂੰ ਹਿੰਦੀ ਸਪੀਕਿੰਗ ਏਰੀਆ ਦੇਣੇ ਪੈਣਗੇ। ਇਹ ਦੋਨੋਂ ਹੀ ਕੰਮ ਸਾਈਮਲਟੇਨੀਅਸ ਹੋਣਗੇ। ਲੇਕਿਨ ਉਹਦੇ ਚ ਬਾਅਦ ਚ 3 ਕਮਿਸ਼ਨ ਬਣੇ, ਕੋਈ ਆਇਡੈਂਟੀਫਾਈ ਹੀ ਨਹੀਂ ਕਰ ਸਕਿਆ ਵੀ ਕਿਹੜੇ ਕਿਹੜੇ ਏਰੀਆ ਦਿੱਤੇ ਜਾਣੇ ਹੈਗੇ। ਪਹਿਲਾਂ ਜਿਹੜਾ ਹੈਗਾ ਵੈਂਕਟਾਚਲਈਆ ਕਮਿਸ਼ਨ ਬਣਿਆ, ਫਿਰ ਡਿਸਾਈ ਕਮਿਸ਼ਨ ਬਣਿਆ, ਮੈਥਿਊ ਕਮਿਸ਼ਨ ਬਣਿਆ, ਇਹ 3 ਕਮਿਸ਼ਨ ਬਣੇ, ਪਰ ਤਿੰਨੋਂ ਕੋਈ ਐਸਾ ਏਰੀਆ ਆਇਡੈਂਟੀਫਾਈ ਨਹੀਂ ਕਰ ਸਕੇ ਜਿਹੜਾ ਚੰਡੀਗੜ੍ਹ ਦੇ ਬਦਲੇ ਪੰਜਾਬ ਨੂੰ ਦਿੱਤਾ ਜਾ ਸਕੇ, ਹਰਿਆਣੇ ਨੂੰ ਦਿੱਤਾ ਜਾ ਸਕੇ। ਤਾਂ ਉਹਦੇ ਚ ਪ੍ਰੋਬਲਮ ਪਤਾ ਸਾਡੀ ਕੀ ਹੈ ਕਿ ਦੇਖੋ 2 ਵਾਰੀ ਇੰਨਾ ਜ਼ਬਰਦਸਤ ਪੋਲੀਟੀਕਲ ਪ੍ਰੈਸ਼ਰ ਅਸੀਂ ਕ੍ਰੀਏਟ ਕੀਤਾ। ਸਾਡੀ ਲੀਡਰਸ਼ਿਪ ਦੀ ਇਹ ਨਲਾਇਕੀ ਹੈ ਕਿ ਚੰਡੀਗੜ੍ਹ ਦੀ ਸਿਰਫ ਅਨਾਉਂਸਮੈਂਟ ਹੀ ਹੋਈ, ਸਿਰਫ ਪ੍ਰੋਮਿਸ ਹੀ ਹੁੰਦੇ, ਕਿਉਂਕਿ ਚੰਡੀਗੜ੍ਹ ਦੇ ਨਾਲ ਨਾਲ ਕੁਛ ਨਾ ਕੁਛ ਟੈਗ ਕਰ ਦਿੱਤਾ ਜਾਂਦਾ ਹੈ। ਟੈਗ ਕੀ ਕੀਤਾ ਕਿ ਹਿੰਦੀ ਸਪੀਕਿੰਗ ਏਰੀਆ ਦੇਵੋਗੇ, ਪਹਿਲਾਂ कहता फाजिलका बोर देओगे, फिर कहता जे फाजिलका बोर नहीं देओगे कोई होर दे दिओ। एक कमीशन बनिया, उन्हें आइडेंटिफाई करते हुए फाजिलका बोर वाले, फिर दूसरे ਨੂੰ ਕੰਮ ਦਿੱਤਾ, ਉਹਨੂੰ ਕਿਹਾ ਕਿ ਠੀਕ ਹੈ ਫਾਜ਼ਿਲਕਾ ਬੋਰ ਨਹੀਂ, ਤੁਸੀਂ ਕੋਈ ਹੋਰ ਦੇਖ ਲਓ। ਮੈਨੂੰ ਸਰ ਮੈਨੂੰ ਥੋੜੀ ਜਿਹੀ ਇਜਾਜ਼ਤ ਦਿਓ, ਸਰਦਾਰ ਤਰਲੋਚਨ ਸਿੰਘ ਹੋਣਾ ਨੂੰ ਨਾਲ ਲਈਏ। ਸਰਦਾਰ ਸਾਹਿਬ, ਜਦੋਂ ਇਹ ਸਾਰੀਆਂ ਚੀਜ਼ਾਂ ਜਿਵੇਂ ਤਫਸੀਲ ਦੇ ਵਿੱਚ ਖਾਨ ਸਾਹਿਬ ਨੇ ਦੱਸੀਆਂ ਨੇ, ਜਦੋਂ 26 ਜਨਵਰੀ 1986 ਵਾਲੇ ਦਿਨ ਇਹ ਗੱਲ ਹੋਣੀ ਸੀ, ਜਦੋਂ ਸਾਰਾ ਕੁਝ ਤੈਅ ਹੋ ਗਿਆ, ਕਮਿਸ਼ਨ ਤਾਂ ਸੈਕੰਡਰੀ ਸੀ, ਉਹ ਤਾਂ ਇੱਕ ਖਾਨਾ ਪੂਰਤੀ ਸੀਗੇ, ਫੈਸਲਾ ਸੀਗਾ ਕਿ ਬਰਨਾਲਾ ਬਾਜ਼ਾਰ ਵੇਲੇ ਚੰਡੀਗੜ੍ਹ ਦੇ ਦਿੱਤਾ ਜਾਊਗਾ। ਔਰ ਈਵਨ ਜਿਹੜੇ ਪ੍ਰਿਥੀਪਾਲ ਸਿੰਘ ਕਪੂਰ ਆ, ਉਹ ਤਾਂ ਕਈ ਜਗ੍ਹਾ ਕਹਿ ਚੁੱਕੇ ਆ ਕਿ ਤਨਖਾਹਾਂ ਦਿੱਤੀਆਂ ਜਾ ਚੁੱਕੀਆਂ ਸੀਗੀਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਟਾਫ ਨੂੰ ਕਿ ਹੁਣ ਅਗਲੀ ਤਨਖਾਹ ਜਿਹੜੀ ਆ ਉਹ ਪੰਜਾਬ ਨੇ ਦੇਣੀ ਆ, ਇਹ EMPLOYE ਪੰਜਾਬ ਦੇ ਅੰਡਰ ਆਉਣਗੇ। ਮੈਨੂੰ ਦੱਸਿਓ ਜ਼ਰਾ, ਉੱਥੇ ਕਿਹੜਾ ਗੁਨਾਹ ਹੋਇਆ, ਕਿੱਥੇ ਗਲਤੀ ਹੋਈ, ਲੀਡਰਸ਼ਿਪ ਕਿੱਥੇ ਫਿਸਲੀ, ਕਿੱਥੇ ਪੰਗੇਬਾਜ਼ੀ ਹੋਈ? ਦੇਖੋ ਰੰਧਾਵਾ ਜੀ, ਸੱਚਾਈ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਜਿਹੜਾ ਇਹ ਡੇਟ ਦੱਸ ਰਹੇ ਹੈ ਜਿਸ ਦਿਨ ਬਰਨਾਲਾ ਜੀ ਨੇ ਇਹ ਫੈਸਲਾ ਕਰਨਾ ਸੀ, ਉਦੋਂ ਗਿਆਨੀ ਜ਼ਹਿਰ ਸਿੰਘ ਜੀ ਰਾਸ਼ਟਰਪਤੀ ਸਨ ਤੇ ਮੈਂ ਰਾਸ਼ਟਰਪਤੀ ਭਵਨ ਉਹਨੇ ਦੇ ਨਾਲ ਲੱਗਿਆ ਹੋਇਆ ਸੀ ਜੀ। ਰਾਜੀਵ ਗਾਂਧੀ ਨੇ ਲੌਂਗੋਵਾਲ ਅਕਾਰਡ ਕੀਤਾ, ਇਹ ਕ੍ਰੈਡਿਟ ਉਹਨੂੰ ਜਾਂਦਾ ਹੈ ਕਿ ਇੰਨਾ ਕੁਛ ਹੋਣ ਤੋਂ ਬਾਅਦ 84 ਦੇ ਜਿੰਨੀਆਂ ਘਟਨਾਵਾਂ, ਅਕਾਲ ਤਖਤ ਤੇ ਹਮਲਾ, ਇੰਦਰਾ ਜੀ ਦਾ ਕਤਲ ਤੇ ਸਿੱਖਾਂ ਦਾ ਕਤਲੇਆਮ, ਇਹ ਸਾਰਾ ਹੋਣ ਦੇ ਬਾਵਜੂਦ ਰਾਜੀਵ ਗਾਂਧੀ ਨੇ ਬੜੀ ਸਿਆਣਪ ਨਾਲ ਅਰਜਨ ਸਿੰਘ ਗਵਰਨਰ ਵਿੱਚ ਪਾ ਕੇ ਲੌਂਗੋਵਾਲ ਅਕਾਰਡ ਕਰਾਇਆ। ਰਾਜੀਵ ਗਾਂਧੀ ਨੇ 2 ਅਕਾਰਡ ਕੀਤੇ, ਇੱਕ ਲੌਂਗੋਵਾਲ, ਇੱਕ ਅਸਾਮ ਅਕਾਰਡ ਬਿਲਕੁਲ ਸਿਰੇ ਚੜ ਗਿਆ, ਉਹਨਾਂ ਦੀ ਹਕੂਮਤ ਵੀ ਆ ਗਈ, ਸਭ ਕੁਝ ਹੋ ਗਿਆ। ਸਾਡੇ ਨੁਕਸ ਕੀ ਰਿਹਾ ਕਿ ਜਿਹੜਾ ਇਹ ਦੱਸ ਰਹੇ ਸੀ, ਉਦੋਂ ਇੱਕ ਕਮਿਸ਼ਨ ਨੇ ਕਿਹਾ ਜੇ ਫਾਜ਼ਿਲਕਾ ਬੋਰ ਲੈਣਾ ਹੈ ਤਾਂ ਉਹ ਕੰਟੀਗੂਅਸ ਹੋਵੇ। ਉਹ ਫਿਰ ਕੰਦੂ ਖੇੜਾ ਪਿੰਡ ਹੈ, ਉਹ ਪਿੰਡ ਵਿੱਚ ਪੈਂਦਾ। ਉਸ ਕਮਿਸ਼ਨ ਨੇ ਉਸ ਪਿੰਡ ਦਾ ਫਿਰ ਰੈਫਰੈਂਡਮ ਕਰਾਇਆ, ਔਰ ਰੈਫਰੈਂਡਮ ਵਿੱਚ ਪਿੰਡ ਨੇ ਕਿਹਾ ਅਸੀਂ ਤਾਂ ਪੰਜਾਬੀ ਸਪੀਕਿੰਗ ਆ, ਸੋ ਫਾਜ਼ਿਲਕਾ ਬੋਰ ਦੀ ਗੱਲ ਖਤਮ ਹੋ ਗਈ ਜਦ ਕੰਦੂ ਖੇੜਾ ਪਿੰਡ ਦਾ ਹੀ ਫੈਸਲਾ ਹੋ ਗਿਆ। ਸੋ ਇਸ ਕਰਕੇ ਕੋਈ ਫਾਜ਼ਿਲਕਾ ਬੋਰ ਲੈਣ ਦਾ ਦੇਣ ਦਾ ਸਿਸਟਮ ਖਤਮ ਸੀ। ਲੇਕਿਨ ਸਾਡੇ ਸਰਦਾਰ ਬਰਨਾਲਾ ਜੀ ਨੇ ਉਮੀਦ ਸੀ ਸੈਂਟਰ ਵਾਲਿਆਂ ਨੂੰ ਕਿ ਜੇ ਅਸੀਂ ਸ਼ਾਮ ਤੱਕ ਨਹੀਂ ਦਿਆਂਗੇ ਤਾਂ ਬਰਨਾਲਾ ਸਾਹਿਬ ਅਸਤੀਫਾ ਦੇਣਗੇ ਤੇ ਸੈਂਟਰ ਮਜਬੂਰ ਹੋਏਗਾ। ਸੈਂਟਰ ਦੀ ਤਿਆਰੀ ਸੀ, ਉਹ ਸਾਰੇ ਕਾਗਜ਼ ਰਾਤ ਤੱਕ ਤਿਆਰ। ਇਹ ਮੈਂ ਅਥੈਂਟਿਕ ਤੁਹਾਨੂੰ ਦੱਸ ਰਿਹਾ ਕਿ ਰਾਜੀਵ ਗਾਂਧੀ ਵਾਸ ਵੇਟਿੰਗ, ਜੇ ਕੋਈ ਝਗੜਾ ਪੰਜਾਬ 'ਚ ਹੋਏਗਾ ਅਸੀਂ ਰਾਤੋਂ ਰਾਤ 12 ਵਜੇ ਚੰਡੀਗੜ੍ਹ ਹੈਂਡਓਵਰ ਕਰਾਂਗੇ। ਸਾਡੀ ਆਪਣੀ ਕਮਜ਼ੋਰੀ ਬਰਨਾਲਾ ਸਰਕਾਰ ਦੀ ਕਿ ਉਸ ਵਕਤ ਉਹਨਾਂ ਨੇ ਐਸਾ ਮੌਕਾ ਗਵਾ ਦਿੱਤਾ ਸਿਰਫ ਕਿ ਮੈਂ ਕੁਝ ਮਹੀਨੇ ਹੋਰ ਮੁੱਖ ਮੰਤਰੀ ਰਵਾਂ, ਉਹ ਵੀ ਨਹੀਂ ਰਹੇ ਕਿਉਂਕਿ ਜਿਹੜਾ ਇਹ ਜਨਵਰੀ ਚੋਣਾਂ ਸੀ ਤੇ ਬਰਨਾਲਾ ਜੀ ਸ਼ਾਇਦ ਹਟ ਗਏ ਜੂਨ 'ਚ ਆ ਕੇ, 4 ਮਹੀਨੇ ਬਾਅਦ ਇਹਨਾਂ ਨੂੰ ਵੀ ਗਵਰਨਮੈਂਟ ਨੇ ਡਿਸਮਿਸ ਕੀਤਾ। ਸੋ ਬਰਨਾਲਾ ਜੀ ਨਾ ਇੱਧਰ ਦੇ ਨਾ ਉੱਧਰ ਦੇ, ਸੋ ਚੰਡੀਗੜ੍ਹ ਸਾਡੇ ਹੱਥ ਨਹੀਂ ਆਇਆ। ਇਸ ਤੋਂ ਪਹਿਲਾਂ ਅੱਜ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਖਬਰ ਛਾਪੀ ਹੈ ਕਿ 1970 ਵਿੱਚ ਹੋਮ ਮਿਨਿਸਟਰੀ ਨੇ ਸਰਦਾਰ ਸਾਹਿਬ ਤੁਹਾਡੀ ਆਵਾਜ਼ ਕੱਟ ਗਈ, ਤੁਹਾਡੀ ਆਵਾਜ਼ ਕੱਟ ਜੀ, ਤੁਹਾਡੀ ਆਵਾਜ਼ ਕੱਟ ਗਈ ਜੀ, ਤੁਹਾਡੀ ਆਵਾਜ਼ ਸਾਨੂੰ ਸੁਣਾਈ ਨਹੀਂ ਦੇ ਰਹੀ। ਠੀਕ ਆ ਰਹੀ? ਹੁਣ ਠੀਕ ਆ ਰਹੀ। ਹਾਂ ਦੇਖੋ, ਮੈਂ ਬੜਾ ਕਲੀਅਰ ਹਾਂ ਕਿ ਜੋ ਇਤਿਹਾਸ ਦਾ ਇਹ ਵਰਣਨ ਅਸੀਂ ਕਰ ਰਹੇ ਹਾਂ
ਇਸ ਦਾ ਰਿਜ਼ਲਟ ਜਦ ਤੱਕ ਹੁਣ ਅੱਗੇ ਨਹੀਂ ਆਏਗਾ, ਪਿਛਲੀਆਂ ਗੱਲਾਂ, ਅਕਾਲੀ ਲੀਡਰਸ਼ਿਪ ਦਾ ਫੇਲਿਓਰ, ਬਰਨਾਲੇ ਦਾ ਫੇਲਿਓਰ, ਸਾਡੇ ਲੀਡਰਾਂ ਨੇ ਈਵਨ ਗੁਰਨਾਮ ਸਿੰਘ ਫੇਰੂਮਾਨ ਦੀ ਸ਼ਹਾਦਤ ਦਾ ਵੀ ਮੁੱਲ ਨਹੀਂ ਪਾਇਆ। ਸੋ ਇਸ ਵੇਲੇ ਜਿਹੜੀ ਕਮਜ਼ੋਰੀ ਸਾਡੀ ਕੀ ਹੈ ਕਿ ਜਦੋਂ ਪੰਜਾਬੀ ਸੂਬਾ ਬਣਿਆ ਸੀ ਨਾ, ਉਦੋਂ ਅਖੀਰ ਕੀ ਹੋਇਆ ਕਿ ਮਾਸਟਰ ਤਾਰਾ ਸਿੰਘ ਨੇ ਇਹ ਹਰਿਆਣੇ ਦੇ ਲੀਡਰ ਵਿੱਚ ਦੇਵੀ ਲਾਲ, ਇਹ ਸਾਰਿਆਂ ਨਾਲ ਜੋੜ ਕੇ ਉਹਨਾਂ ਤੋਂ ਹੀ ਮੰਗ ਕਰਾਤੀ ਕਿ ਹਾਂ ਸਾਨੂੰ ਹਰਿਆਣਾ ਦਿਓ। तो सेंटर मजबूर हो गया जब दो स्टेटा तैयार हो गई। लेकिन ये जी वो शास्त्री मजबूरी 1965 की जंग सी, 1965 की जंग में पंजाब दा और सिखां दा इन्ना रोल सी कि शास्त्री मजबूर होया कि पंजाबी सूबा दिओ। सो ये गल्लां इतिहास दियां। लेकिन अज साडी लोड़ की है? लोड़ ये है कि कोई लड़ाई तो हो नहीं सकती कोई असी, बट गल हुण ये है कि हरियाणा ते पंजाब दोए स्टेटां इस गल नूं किवें एग्रीड फार्मूले च आण। देखो सेंटर असी जो मर्जी कहिए, भाजपा तो हुण आई है, भाजपा तो पहला लंबा संबा जिहड़ा है पिछला कांग्रेस सरकार दा रहा, उन्होंने इस गल नूं कदे गौलिया भी नहीं। तो मेरी ये बेनती है कि साडे रिटायर्ड अफसर, रिटायर्ड जजेस चंडीगढ़ भरिया पिया और सेंटर विच बैठ के एक रायआमा पैदा करके हरियाणा पंजाब दी सुलह सफाई नाल ये गल मुकाई जावे। इदां असैंबलियां दे बयानां नाल कुछ नहीं होना। सेंटर नूं मजबूर कर जाए कि जो स्टेटां नूं एग्रीड नहीं है तो सेंटर आप सोचे हरियाणे नूं नवां शहर मिलना। सानूं समझ नहीं आती भी हरियाणे वाले लोगों नूं चंडीगढ़ कोई हरियाणे की आबादी नहीं। अज भी रेफरेंडम करा लो, बिल्कुल जी आबादी है वो माइग्रेंट्स की है, बाकी आबादी पंजाबियों की। सो इस करके वो गल साडे सामने इतिहास है। लेकिन मैं सरदार साहब एक सवाल आ रहा, तुहाडे लई सवाल आ रहा, मीना गिल वरिंदर लिख रहे हैं कि ਅਸੀਂ ਕਹਿ ਤਾਂ ਨਹੀਂ ਸਕਦੇ ਪਰ ਜਦੋਂ ਹੁਣ ਮੋਦੀ ਜੀ ਨੂੰ ਮਿਲਣ ਤੁਸੀਂ ਜਾਓਗੇ ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਜ਼ਰੂਰ ਕਹਿਣਾ, ਕਿਉਂਕਿ ਜਦੋਂ ਤੁਸੀਂ ਲੋਕ ਸਮਝਿਆ ਜਾਂਦਾ ਹੈ ਕਿ ਤੁਸੀਂ ਸਮਰੱਥ ਹੋ, ਤੁਸੀਂ ਮਿਲਦੇ ਹੋ, ਤੁਹਾਡੇ ਨਾਲ ਹੀ ਵਿਦਵਾਨ ਲੋਕ ਤਾਂ ਸਾਰੇ ਜਾਂਦੇ ਆ ਪ੍ਰਧਾਨ ਮੰਤਰੀ ਕੋਲ। ਕਿਉਂ ਨਹੀਂ ਪੰਜਾਬ ਦੇ ਪੋਲੀਟੀਸ਼ੀਅਨ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨੂੰ ਇਹ ਗੁਜ਼ਾਰਿਸ਼ ਕਰਦੇ ਕਿ ਇਹ ਸੂਬਾ ਜਿਹਨੇ ਬਹੁਤ ਕੁਝ ਸਿਆ ਇਹਨੂੰ ਦੀ ਰਾਜਧਾਨੀ ਤਾਂ ਦੇ ਦਿਓ। ਕੀ ਕਹਿੰਦੇ ਹੋ? बिल्कुल तुहाडी गल ठीक है। मैं तो इस गल की हामी हाँ कि इसलिए जो साडी लीडरशिप पंजाब दी बाकी गल्लां छड्डो, आल पंजाब पार्टी इकट्ठियां होके एक जाके चंडी दिल्ली बहन, पहला हरियाणे को जान मुख मंत्री को भी आओ आप बैठ के मुकाइए गल नूं। देखो कोर्टां जा कुछ नहीं निकलना, ये सानू ऐसा एक हमला मारना पैना है कि बीजेपी हाई कमान जिहड़ी कि अज मेरे ख्याल में, क्योंकि मोदी जी का जिहड़ा इस वेले बड़ा पॉजिटिव एटीट्यूड है टुवर्ड सिखां दे और बड़ी दूर तक मैं जाके जो कुछ वेख्या ही इज वेरी कीन। सो वो भी सानू उहदा बेनीफिट लईए। लेकिन मैं मुड़ मुड़ के आउंदा कि हरियाणे दे लोकां नूं भी कन्विंस कीता जावे और वो कन्विंस होण कि उन्हां दा बेनीफिट। ਮੈਨੂੰ ਤੁਸੀਂ ਕੁਝ ਕਹਿਣ ਦਾ ਮੌਕਾ ਜ਼ਰੂਰ ਦਿਓ, ਹਾਲਾਂਕਿ ਤੁਸੀਂ ਇਹੋ ਜਿਹੇ ਪੋਲੀਟੀਕਲ ਮੁੱਦਿਆਂ ਤੇ ਟਿੱਪਣੀ ਘੱਟ ਕਰਦੇ ਹੋ। ਮੈਂ ਦੋਨਾਂ ਮਹਿਮਾਨਾਂ ਵੱਲ ਜਾਊਂਗਾ। ਜੇ ਉਹ ਇੰਨੇ ਹੀ ਸੁਹਿਰਦ ਨੇ, ਪ੍ਰਧਾਨ ਮੰਤਰੀ ਮਾਣਯੋਗ ਨੇ ਸਾਡੇ, ਜੇ ਉਹ ਇੰਨੇ ਸੁਹਿਰਦ ਨੇ ਤਾਂ ਉਹ ਜਿਹੜਾ ਹੁਣ ਟਕਰਾਅ ਕੇਜਰੀਵਾਲ ਔਰ ਭਾਜਪਾ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਪੰਜਾਬ ਪਿੱਛੇ ਇੰਜ ਕਿਉਂ ਆ? ਹੁਣ ਜਦੋਂ ਇਹ ਸਾਰੇ ਮਾਮਲਾਤ ਅੱਗੇ ਆ ਗਏ, ਭਾਖੜਾ ਮੈਨੇਜਮੈਂਟ ਬੋਰਡ ਦਾ ਆ ਗਿਆ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ 50 ਕਿਲੋਮੀਟਰ ਹੱਦ ਵਧਾਤੀ ਗਈ, BSF ਦਾ ਖਤਿਆਰਾਤ ਵਧਾਤੇ ਗਏ, ਉਸ ਤੋਂ ਬਾਅਦ ਚੰਡੀਗੜ੍ਹ ਦਾ ਮਾਮਲਾ ਆ ਗਿਆ ਜਿਹਦੇ ਵਿੱਚ ਕੇਂਦਰੀ ਮੁਲਾਜ਼ਮਾਂ ਦੀ ਤਰਜ਼ ਤੇ ਉਹਨਾਂ ਨੂੰ ਲੈ ਲਿਆ ਗਿਆ, ਚੰਡੀਗੜ੍ਹ ਦੇ EMPLOYEES ਨੂੰ। ਹੁਣ ਨਾਲ ਹੀ ਹਰਿਆਣੇ ਨੂੰ ਵੀ ਸੈਸ਼ਨ ਬੁਲਾਉਣ ਦੀ ਜਿਹੜੀ, ਕਿਉਂਕਿ ਸਰਕਾਰ ਤੇ ਭਾਜਪਾ ਦੀ ਆ ਔਰ ਉਹ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਵਿੱਚ ਇੱਕ ਟਸਲ ਬਣ ਗਈ ਆ। ਇਸ ਦੌਰਾਨ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ? ਕਿ ਉਹਨਾਂ ਨੂੰ ਇੰਜ ਨਹੀਂ ਲੱਗਦਾ ਕਿ ਇਹਨੂੰ ਸਿਆਸਤ ਦਾ ਅਖਾੜਾ ਬਣਾ ਕੇ, ਜੇ ਇੰਦਰਾ ਗਾਂਧੀ ਦੇ ਸਮੇਂ ਕਾਂਗਰਸ ਨੇ ਜੋ ਖੱਟਿਆ, ਜੋ ਪੰਜਾਬ ਮੁੜ ਕੇ ਬਲਿਆ 30 ਸਾਲ 25 ਸਾਲ, ਇਹ ਸਾਰਾ ਓਵਰਆਲ ਦੇਖਿਆ ਜਾਵੇ ਤਾਂ ਪੰਜਾਬ ਨੂੰ ਮੇਰੇ ਖਿਆਲ ਸ਼ਾਂਤ ਰੱਖਣ ਦਾ ਹੀ ਫਾਇਦਾ ਦੇਸ਼ ਨੂੰ। ਇੱਥੇ ਨਾ ਹੀ ਇਸ ਤਰ੍ਹਾਂ ਦੀ ਕਵਾਇਦ ਕੀਤੀ ਜਾਵੇ, ਚੰਗਾ ਨਹੀਂ? ਰੰਧਾਵਾ ਸਾਹਿਬ ਮੈਂ ਗੱਲ ਕਰਾਂ? ਠੀਕ ਹੈ। ਮੈਂ ਕੇਂਦਰ ਦੀ ਤਰਫੋਂ ਜੋ ਦੋਨੋਂ ਚੰਡੀਗੜ੍ਹ ਦੇ ਬਾਰੇ ਫੈਸਲੇ ਹੋਏ ਹੈਗੇ, ਚਾਹੇ 1970 ਦੀ ਗੱਲ ਲੈ ਲਈਏ, ਚਾਹੇ 1985 ਦੀ ਗੱਲ ਲੈ ਲਈਏ, ਜਦ ਇਹ ਗੱਲ ਹੋਈ ਹੈ ਕੇਂਦਰ ਦੀ ਤਰਫੋਂ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ, ਪਰ ਦੋਨੋਂ ਵਾਰੀਓ ਸ਼ਰਤ ਲਗਾ ਕੇ ਗੱਲ ਕਹੀ ਗਈ ਹੈ ਕਿ ਜੇ ਤੁਸੀਂ ਹਿੰਦੀ ਸਪੀਕਿੰਗ ਏਰੀਆ
ਪੰਜਾਬ ਦੇ ਹਰਿਆਣੇ ਨੂੰ ਦਿਓਗੇ ਤਾਂ ਤੁਹਾਨੂੰ ਚੰਡੀਗੜ੍ਹ ਮਿਲੇਗਾ। ਉਸ ਟਾਈਮ ਸਾਡੀ ਲੀਡਰਸ਼ਿਪ ਇੰਨੀ ਵੇਸਲੀ ਕਿਉਂ ਰਹੀ? ਉਹਨਾਂ ਨੇ ਕਿਉਂ ਨਹੀਂ ਇਹ ਗੱਲ ਅਪੋਜ਼ ਕੀਤੀ ਕਿ ਜੇ ਤੁਸੀਂ ਸਾਨੂੰ ਚੰਡੀਗੜ੍ਹ ਦੇਣਾ ਹੈ ਤਾਂ ਤੁਸੀਂ ਯੂਨੀਲੈਟਰਲ ਫੈਸਲਾ ਕਰੋ, ਇਹ ਨਾਲ ਕੰਡੀਸ਼ਨ ਕਿਉਂ ਲਗਾ ਕੇ ਦੇ ਰਹੇ ਹੋ? ਕਿਉਂਕਿ ਮਸਲਾ ਜਿਹੜਾ ਹੈ ਸਿਰਫ ਇੱਥੇ ਹੀ ਆ ਜਾਂਦਾ ਹੈ। ਜਦ ਵੀ ਚੰਡੀਗੜ੍ਹ ਦੇਣ ਦੀ ਗੱਲ ਆਉਂਦੀ ਹੈ, ਮੇਰਾ ਖਿਆਲ 26 ਜਨਵਰੀ 1986 ਨੂੰ ਮਿਲ ਜਾਣਾ ਸੀ, ਪਰ ਪ੍ਰੋਬਲਮ ਉਹੀ ਕਿ ਦੱਸੋ ਹਿੰਦੀ ਸਪੀਕਿੰਗ ਏਰੀਆ ਕਿਹੜੇ ਦਓਗੇ? ਉਹ ਪੰਜਾਬ ਦੇਣ ਦੇ ਸਮਰੱਥ ਨਹੀਂ ਹੈ ਤੇ ਨਾ ਹੀ ਦੇਣੇ ਚਾਹੀਦੇ ਨੇ। ਇਸ ਗੱਲ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਕਿ ਇਹ ਜਿਹੜੀ ਤੁਸੀਂ ਕੰਡੀਸ਼ਨ ਲਾਈ ਹੋਈ ਆ ਨਾ ਸਾਡੇ ਤੇ ਕਿ ਹਿੰਦੀ ਸਪੀਕਿੰਗ ਏਰੀਆ ਦਿਓਗੇ, ਪਹਿਲਾਂ ਤਾਂ ਇਹ ਕੰਡੀਸ਼ਨ ਹਟਾਓ, ਤਾਂ ਹੀ ਅੱਗੇ ਗੱਲ ਤੁਰਨੀ ਹੈ। ਇਹੀ ਗੱਲ ਮੈਂ ਤੁਹਾਨੂੰ ਦੱਸਦਾ ਪਾਣੀਆਂ ਦੇ ਮਸਲੇ ਦੇ ਵਿੱਚ ਹੈ। ਜੇ ਤੁਸੀਂ ਪੰਜਾਬ ਅਕੋਰਡ ਪੜ੍ਹੋ ਨਾ, ਉਹਦੇ ਵਿੱਚ ਜਿਹੜੀਆਂ 11 ਕਲੌਜ਼ਸ ਹੈਗੀਆਂ, ਇੱਕ ਕਲੌਜ਼ ਜਿਹੜੀ ਹੈ ਪਾਣੀਆਂ ਦੇ ਬਾਰੇ ਵੀ ਹੈ, 3 ਉਹਦੇ ਚ ਸਬ ਕਲੌਜ਼ਸ ਹੈਗੀਆਂ। ਇੱਕ ਤਾਂ ਇਹ ਗੱਲ ਹੈ ਕਿ ਜੋ ਪ੍ਰੈਜ਼ੈਂਟਲੀ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਜੋ ਪਾਣੀ ਇਸ ਟਾਈਮ ਲੈ ਰਹੇ ਹੈਗੇ, ਉਹਨਾਂ ਨੂੰ ਉਸੇ ਤਰ੍ਹਾਂ ਹੀ ਮਿਲਦਾ ਰਹੇਗਾ। ਤੇ ਜਿਹੜਾ ਸਰਪਲਸ ਪਾਣੀ ਹੈ ਉਹਦੇ ਬਾਰੇ ਇੱਕ ਕਮਿਸ਼ਨ ਬਣੇਗਾ ਕਿ ਕਿਵੇਂ ਉਹਨਾਂ ਨੂੰ ਬਣਨਾ ਹੈ। ਨਾਲ ਦੀ ਨਾਲ ਜਿਹੜੀ ਅੱਜ ਅਸੀਂ SYL ਦੀ ਗੱਲ ਕਰਦੇ ਹਾਂ ਨਾ ਕਿ ਅਸੀਂ ਬਣਨ ਨਹੀਂ ਦੇਣੀ, 1982 ਦੇ ਵਿੱਚ ਵੀ ਇਹ ਗੱਲ ਚੱਲੀ, ਜਦ ਕਪੂਰੀ ਮੋਰਚਾ ਲੱਗਿਆ, ਉੱਥੇ ਅਕਾਲੀ ਦਲ ਨੇ ਮੋਰਚਾ ਲਗਾਇਆ, ਲੇਕਿਨ ਬਾਅਦ ਚ ਉਹੀ ਅਕਾਲੀ ਦਲ ਜਿਹੜਾ 1982 ਚ ਕਹਿੰਦਾ ਸੀ ਕਿ ਅਸੀਂ ਕਪੂਰੀ ਦੀ ਥਾਂ ਤੇ ਇਹ ਟੱਕ ਨਹੀਂ ਲਾਣ ਦੇਣਾ, ਅਸੀਂ ਬਣਨ ਨਹੀਂ ਦੇਣੀ SYL, ਔਰ ਬਾਅਦ ਚ ਵੀ ਇਹੀ ਪੋਜੀਸ਼ਨ ਹੈ। 1985 ਦਾ ਜਿਹੜਾ ਸਮਝੌਤਾ ਹੈ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਿ SYL ਦਾ ਕੰਮ ਜਿਹੜਾ ਸ਼ੁਰੂ ਹੋਏਗਾ, ਔਰ ਇਹ ਜਿਹੜਾ ਦਸੰਬਰ 1985 ਤੱਕ ਜਿਹੜਾ 15 ਅਗਸਤ 1986 ਤੱਕ ਇਹ ਕੰਮ ਕੰਪਲੀਟ ਹੋ ਜਾਏਗਾ, SYL ਬਣ ਜਾਏਗੀ, ਤੇ ਜਿਹੜਾ ਸਰਪਲਸ ਵਾਟਰ ਹਰਿਆਣੇ ਨੂੰ ਮਿਲਣਾ ਸੀ ਉਹ ਇਹਦੇ ਜਿਹੜੀ SYL ਕੈਨਾਲ ਦੇ ਥਰੂ ਹੀ ਮਿਲਣਾ ਸੀ। ਕਹਿਣ ਦਾ ਮਤਲਬ ਇਹ ਹੈ ਕਿ ਐਡੀ ਬੜੀਆਂ ਤੁਸੀਂ ਸਟਰਗਲ ਕਰ ਲੀਆਂ, ਐਡੀਆਂ ਕੁਰਬਾਨੀਆਂ ਦੇਤੀਆਂ, ਫਿਰ ਸਿਰਫ ਅਨਾਉਂਸਮੈਂਟਸ ਤੇ ਤੁਸੀਂ ਵਿਸ਼ਵਾਸ ਕਰ ਲਿਆ, ਤੁਸੀਂ ਸ਼ਰਤਾਂ ਲਗਵਾ ਲੀਆਂ ਹਰ ਇੱਕ ਚੀਜ਼ ਤੇ। ਕੈਪੀਟਲ ਤੇ ਸ਼ਰਤ ਲਵਾ ਲਈ ਕਿ ਹਰਿਆਣਾ ਦੇ ਏਰੀਆ ਦੇਵੋਗੇ, ਜਦ ਪਾਣੀਆਂ ਦੀ ਗੱਲ ਆਈ ਉੱਥੇ ਇਹ ਸ਼ਰਤ ਲੱਗ ਗਈ ਕਿ SYL ਜਿਹੜੀ ਹੈਗੀ ਬਣਨੀ ਸ਼ੁਰੂ ਹੋਏਗੀ ਔਰ 15 ਅਗਸਤ 1986 ਤੱਕ ਬਣ ਕੇ ਕੰਪਲੀਟ ਹੋਏਗੀ। ਇਹਦੇ ਤੇ ਅਕਾਲੀ ਦਲ ਦੇ ਸਾਈਨ ਹਨ। ਹੁਣ ਅਸੀਂ ਬਾਅਦ ਦੇ ਵਿੱਚ ਗੱਲਾਂ ਕਰਦੇ ਹਾਂ, ਜਦ ਅਸਲੀ ਇਸ਼ੂ ਡਿਸਕਸ ਹੋ ਰਿਹਾ ਹੁੰਦਾ ਹੈ ਤਾਂ ਸਾਡੀ ਲੀਡਰਸ਼ਿਪ ਇੰਨੀ ਵੇਸਲੀ ਕਿਉਂ ਪੈ ਜਾਂਦੀ ਹੈ? ਕਿਉਂਕਿ ਇਹ ਠੀਕ ਹੈ, ਅਸੀਂ ਸੈਂਟਰ ਨੂੰ ਤਾਂ ਅਕਿਊਜ਼ ਕਰਨਾ ਬੜਾ ਆਸਾਨ ਹੈ, ਔਰ ਸੈਂਟਰ ਦਾ ਐਟੀਟਿਊਡ ਡਿਸਕ੍ਰਿਮੀਨੇਟਰੀ ਵੀ ਰਿਹਾ ਪੰਜਾਬ ਦੀ ਤਰਫ, ਲੇਕਿਨ ਸਾਡੀ ਆਪਣੀ ਲੀਡਰਸ਼ਿਪ ਨੂੰ ਵੀ ਅਸੀਂ ਬਰੀ ਨਹੀਂ ਕਰ ਸਕਦੇ ਕਿ ਤੁਸੀਂ ਇੰਨੀ ਸਟਰਗਲ ਤੋਂ ਬਾਅਦ ਜਦ ਟੇਬਲ ਤੇ ਆਉਂਦੇ ਹੋ, ਸ਼ਰਤਾਂ ਲਵਾ ਕੇ ਆ ਜਾਂਦੇ ਹੋ ਤੇ ਤੁਸੀਂ ਖੱਟਦੇ ਕੁਝ ਨਹੀਂ। ਇਹ ਜਿਹੜਾ ਮੇਰਾ ਹੈ ਉਹਦੇ ਵਿੱਚ। ਸਰਦਾਰ ਸਾਹਿਬ ਇਹਨੂੰ ਅੱਗੇ ਵਧਾਓ ਗੱਲ ਨੂੰ, ਜਿੰਨੇ ਸਵਾਲ ਖਾਨ ਸਾਹਿਬ ਨੇ, ਪ੍ਰੋਫੈਸਰ ਜਮਸ਼ੀਦ ਅਲੀ ਖਾਨ ਨੇ ਉਠਾਏ ਆ, ਇਹਨਾਂ ਨੂੰ ਹੁਣ ਕਿਵੇਂ ਐਡਰੈਸ ਕਰੀਏ? ਮੈਨੂੰ ਲੱਗਦਾ ਵਾਈਂਡ ਅਪ ਕਰਨ ਤੋਂ ਪਹਿਲਾਂ ਤੁਸੀਂ ਜ਼ਰੂਰ ਗੱਲਾਂ ਕਰੋਗੇ। ਦੇਖੋ, ਜਿਹੜੀਆਂ ਖਾਨ ਸਾਹਿਬ ਬੜੇ ਲਾਇਕ ਹੈ, ਇਹਨਾਂ ਕੋਲ ਬੜਾ ਰਿਕਾਰਡ ਹੈ। ਜਿਹੜੀਆਂ ਇਹ ਸ਼ਰਤਾਂ ਹੁੰਦੀਆਂ ਨਾ ਛੋਟੀਆਂ ਮੋਟੀਆਂ, ਇਹ ਜਦੋਂ ਮੇਨ ਇੱਕ ਗੱਲ ਆਪਾਂ ਜ਼ਰੂਰ ਆਪਣੇ ਮਨ 'ਚ ਧਿਆਨੀ ਕਰ ਲਓ ਕਿ ਜਦੋਂ ਕੋਈ ਜੱਜ ਹੁਣ ਬੈਠੇ ਤਾਂ ਇਹ ਉਹ ਗੱਲ ਵੇਖੇਗਾ ਕਿ ਹਰ ਵਾਰੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਹੋਇਆ ਜੀ। ਸ਼ਰਤਾਂ ਛੋਟੀ ਜੀ ਗੱਲ ਹੈ, ਇਹ ਗੱਲ ਆਫਟਰ ਆਲ ਬੇਸਿਕ ਚੀਜ਼ ਇਹ ਹੈ ਕਿ ਚੰਡੀਗੜ੍ਹ ਪੰਜਾਬ ਦਾ ਇਹ ਫੈਸਲਾ ਭਾਰਤ ਸਰਕਾਰ ਕਈ ਵਾਰੀ ਕਰ ਚੁੱਕੀ। ਸੋ ਇਸ ਕਰਕੇ ਇਸ ਬਾਰੇ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਨਹੀਂ, ਇਹ ਹੱਕ ਸੈਂਟਰਲ ਗਵਰਨਮੈਂਟ ਨੇ ਕਈ ਵਾਰੀ ਇਨ ਰਾਈਟਿੰਗ ਅਨਾਉਂਸਮੈਂਟ ਕੀਤਾ। ਸੋ ਮੈਂ ਤਾਂ ਕਹਿਣਾ ਜਿਹੜਾ ਅੱਜ ਦੀ ਪੋਜੀਸ਼ਨ ਹੈ ਉਹ ਸਾਡੀ, ਮੈਂ ਉਸ ਤੇ ਆਇਆ ਵੀ ਹਰਿਆਣਾ ਪੰਜਾਬ ਦੀਆਂ ਅਸੈਂਬਲੀਆਂ ਨੇ। ਦੂਜਾ ਜਿਹੜੀ ਮੇਰੀ ਪਹਿਲੀ ਇੱਕ ਬੇਨਤੀ ਸੀ ਹੈ ਤੁਹਾਡੀ, ਆਪਾਂ ਇਸ ਚੈਨਲ ਤੇ ਕਿਹਾ ਸੀ ਕਿ ਆਪ ਦੀ ਸਰਕਾਰ ਆ ਗਈ, ਬੜਾ ਅੱਛਾ, ਸਾਨੂੰ ਲੋਕਾਂ ਦਾ ਫੈਸਲਾ ਹੈ, ਲੇਕਿਨ ਮੈਂ ਉਸ ਦਿਨ ਕਿਹਾ ਸੀ ਕਿ ਹੁਣ ਨਹੀਂ ਆਵਾਜ਼ ਕੱਟੀ ਗਈ। ਦੁਬਾਰਾ ਤੁਸੀਂ ਕੀ ਕਿਹਾ ਸੀ? ਦੁਬਾਰਾ ਬੋਲਿਓ ਕਿਉਂਕਿ ਆਵਾਜ਼ ਕੱਟੀ ਗਈ। ਬੈਟਲ ਫੀਲਡ ਨਾ ਬਣਾ ਲਵੇ ਆਪਣੇ ਪੋਲੀਟੀਕਲ ਏਮ ਲਈ। ਨਹੀਂ ਠੀਕ ਹੈ, ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ, ਮੈਂ ਤੁਹਾਡੀ ਗੱਲ ਸਮਝ ਗਿਆ।
ਪਰ ਹੁਣ ਕਿਉਂਕਿ ਇਹ ਸਰਕਾਰ ਦਾ ਲੀਡਰ ਦਿੱਲੀ ਬੈਠਾ ਹੈ ਜੀ, ਉਹ ਇਸ ਪੰਜਾਬ ਨੂੰ ਆਪਣੀ ਸਰਦਾਰ ਸਾਹਿਬ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ, ਮੈਨੂੰ ਲੱਗਦਾ ਹਾਂ ਸਰਦਾਰ ਸਾਹਿਬ ਦੀ ਆਵਾਜ਼ ਨਹੀਂ ਸੀ ਆ ਰਹੀ, ਅਸੀਂ ਉਹਨਾਂ ਨੂੰ ਥੋੜਾ ਬੈਕ ਸਟੇਜ ਲੈ ਗਏ ਆ। ਮੈਂ ਸਰਦਾਰ ਸਾਹਿਬ ਦੀ ਗੱਲ ਨੂੰ ਅੱਗੇ ਵਧਾ ਦਿਆਂ, ਉਹ ਸਮਝਦੇ ਆ ਕਿ ਇਹ ਜੰਗ ਦਾ ਅਖਾੜਾ ਪੰਜਾਬ ਨਾ ਬਣੇ, ਕੇਜਰੀਵਾਲ ਵੀ ਸੁਚੇਤ ਹੋ ਕੇ ਚੱਲਣ, ਜੇ ਉਹਨਾਂ ਨੂੰ ਵੱਡੀ ਕੁਰਸੀ ਦੀ ਜੰਗ ਲੜਨੀ ਹੈ ਤੇ ਉਹ ਵਾਇਆ ਪੰਜਾਬ ਨਾ ਲੜਨ, ਤੇ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਸੈਂਸਿਟਿਵ ਖਿੱਤਾ ਹੈ, ਇੱਕ ਘੱਟ ਗਿਣਤੀ ਇੱਥੇ ਬਹੁ ਗਿਣਤੀ ਦੇ ਵਿੱਚ ਹੈ, ਔਰ ਬਹੁਤ ਸਾਰੇ ਸੰਤਾਪ ਪਿਛਲੇ ਸਮਿਆਂ ਚ ਅਸੀਂ ਹੰਡਾਏ ਆ। ਖਾਨ ਸਾਹਿਬ ਜੇ ਆਗਿਆ ਦਿਓ ਤਾਂ ਹੁਣ ਵਾਈਂਡ ਅਪ ਕਰ ਦਈਏ ਜੀ। ਬਿਲਕੁਲ ਜੀ, ਬਿਲਕੁਲ, ਥੈਂਕ ਯੂ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ।